I'm not continuing the series of the work of the Lord Holy Spirit just yet. ਅਸੀਂ ਜਿਹੜਾ ਸੀਰੀਜ਼ ਸ਼ੁਰੂ ਕੀਤੀ ਸੀ ਪਵਿੱਤਰ ਆਤਮਾ ਜੀ ਦੇ ਵਰਦਾਨਾਂ ਦੇ ਬਾਰੇ ਅੱਜ ਉਹਨਾਂ ਬਾਰੇ ਗੱਲ ਨਹੀਂ ਕਰਾਂਗੇ We will do that next week. ਅਗਲੇ ਹਫਤੇ ਗੱਲ ਕਰਾਂਗੇ ਉਹਨਾਂ So when I ਬਾਰੇ was praying for the anniversary and I asked the Lord, what is the message He has for this church? ਜਦੋਂ ਮੈਂ ਪ੍ਰਾਰਥਨਾ ਕਰ ਰਿਹਾ ਸੀ ਸਾਡੀ ਐਨੀਵਰਸਰੀ ਦੇ ਬਾਰੇ ਤੇ ਪਰਮੇਸ਼ਵਰ ਨੂੰ ਮੈਂ ਪੁੱਛਿਆ ਕਿ ਪਰਮੇਸ਼ਵਰ ਦਾ ਸਾਡੀ ਕਲੀਸਿਆ ਦੇ ਬਾਰੇ ਕੀ ਸੰਦੇਸ਼ ਹੈ Like He told some of the churches in Revelation, ਜਿਵੇਂ ਉਹਨਾਂ ਨੇ ਪ੍ਰਕਾਸ਼ਿਤ ਵਾਕਿਆ 'ਚ ਕੁਝ ਚਰਚਾ ਨੂੰ ਕਿਹਾ He has told some things. ਉਹਨਾਂ ਨੂੰ ਕੁਝ ਨਾ ਕੁਝ ਗੱਲਾਂ ਕਹੀਆਂ And this sermon and what today's message will bring that out. ਤੇ ਅੱਜ ਦਾ ਜਿਹੜਾ ਪ੍ਰਚਾਰ ਹੈ ਉਹ ਚੀਜ਼ਾਂ ਨੂੰ ਲੈ ਕੇ ਚੱਲੇਗਾ As we get into the word, my heart and mind are flooded with so many incredible thoughts of the amazing things God has done in our church. ਜਦੋਂ ਸਾਡੇ ਪ੍ਰਚਾਰ ਨੂੰ ਦੇਖਦੇ ਹੋਏ ਮੈਂ ਦੇਖਾਂਗਾ ਕਿ ਕਿੰਨਾ ਪਰਮੇਸ਼ਵਰ ਨੇ ਅਦਭੁਤ ਕੰਮ ਸਾਡੀ ਕਲੀਸਿਆ 'ਚ ਅਲੱਗ-ਅਲੱਗ ਟਾਈਮ ਤੇ ਕੀਤੇ Thanks to everyone, ਸਾਰਿਆਂ ਦਾ ਸ਼ੁਕਰ ਅਦਾ ਕਰਨਾ especially my wife and children for their unwavering support. ਆਪਣੀ ਪਤਨੀ ਦਾ ਤੇ ਆਪਣੇ ਬੱਚਿਆਂ ਦਾ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਸਹਿਯੋਗ ਦਿੱਤਾ Thank you for those few families who have stood shoulder to shoulder with us and in the critical situations and held our hands. ਕੁਝ ਪਰਿਵਾਰਾਂ ਦਾ ਵੀ ਜਿਨ੍ਹਾਂ ਨੇ ਮੁਸ਼ਕਿਲ ਹਾਲਾਤਾਂ 'ਚ ਸਾਡੇ ਹੱਥ ਪਕੜਿਆ I consider myself a very blessed person. ਮੈਂ ਆਪਣੇ ਆਪ ਨੂੰ ਬੜਾ ਸ਼ੀਸ਼ਿਤ ਇਨਸਾਨ ਸਮਝਦਾ I have no idea why God chose me. ਮੈਨੂੰ ਨਹੀਂ ਪਤਾ ਕਿ ਰੱਬ ਨੇ ਮੈਨੂੰ ਕਿਉਂ ਚੁਣਿਆ He prepared me and set my course ਉਹਨਾਂ ਨੇ ਮੈਨੂੰ ਤਿਆਰ ਕੀਤਾ ਤੇ ਮੈਨੂੰ ਖੜਾ ਕੀਤਾ and put me in this church. ਤੇ ਇਸ ਕਲੀਸਿਆ 'ਚ ਵੀ ਖੜਾ ਕੀਤਾ But there I was, June 2008, on Father's Day, with absolutely no idea where it was going. God gave me the responsibility of the church. ਤੇ ਪਰਮੇਸ਼ਵਰ ਨੇ 2008 ਜਦੋਂ ਮੈਨੂੰ ਪਤਾ ਨਹੀਂ ਸੀ ਕੀ ਚੱਲੇਗਾ ਇਹ ਜ਼ਿੰਮੇਵਾਰੀ ਦਿੱਤੀ ਕਲੀਸਿਆ ਦੀ The only one thing I wanted to do was to preach the word of God. ਮੈਂ ਸਿਰਫ ਇੱਕੋ ਚੀਜ਼ ਕਰਨਾ ਚਾਹੁੰਦਾ ਸੀ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ It's a wonderful ministry God has given me. ਇੱਕ ਅਦਭੁਤ ਸੇਵਕਾਈ ਪਰਮੇਸ਼ਵਰ ਨੇ ਦਿੱਤੀ It's not something I have earned. ਇਹ ਮੈਂ ਕਮਾਈ ਨਹੀਂ It's something I deserve. ਨਾ ਮੈਂ ਇਸ ਚੀਜ਼ ਦੇ ਕਾਬਲ ਹਾਂ The Lord had to overcome my weaknesses, my failures. ਪਰਮੇਸ਼ਵਰ ਨੇ ਮੇਰੀ ਕਮੀਆਂ ਤੇ ਮੇਰੀ ਤਰੁੱਟੀਆਂ ਦੇ ਰਹਿੰਦੇ ਹੋਏ ਵੀ And bless me richly in spite of them. ਤੇ ਉਹਨਾਂ ਦੇ ਬਾਵਜੂਦ ਮੈਨੂੰ ਆਸ਼ੀਸ਼ ਦਿੱਤੀ I don't have a desire to be anywhere else but to be preaching God's word. ਮੇਰੀ ਹੋਰ ਕਿਸੇ ਕੰਮ ਦੀ ਇੱਛਾ ਨਹੀਂ ਕਿ ਬਸ ਮੈਂ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਾਂ This is my home. ਇਹ ਮੇਰਾ ਘਰ ਹੈ This is my life. ਜ਼ਿੰਦਗੀ ਹੈ You are my love. ਤੁਸੀਂ ਮੇਰਾ ਪ੍ਰੇਮ ਹੋ You are the joy and the crown of my rejoicing. ਤੁਸੀਂ ਮੇਰਾ ਮੁਕਟ ਤੇ ਮੇਰੇ ਖੁਸ਼ੀ ਦਾ ਕਾਰਨ ਹੋ We will continue this fellowship in heaven. ਅਸੀਂ ਇਹ ਜਿਹੜੀ ਆਪਣਾ ਇਕੱਠ ਹੈਗਾ ਇਹਨੂੰ ਸਵਰਗ ਵਿੱਚ ਵੀ ਪੂਰਾ ਕਰਾਂਗੇ We can let other Christians join us there. ਤੇ ਦੂਸਰੇ ਲੋਕਾਂ ਨੂੰ ਅਸੀਂ ਉਹਨਾਂ ਮਸੀਹਾ ਨੂੰ ਨਿਯੋਤਾ ਦਿੰਦੇ ਹਾਂ I thank you all for being in my life. ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰ ਅਦਾ ਕਰਨਾ ਮੇਰੇ ਜੀਵਨ ਵਿੱਚ All your sacrifices, ਤੁਹਾਡੇ ਸਾਰੇ ਬਲੀਦਾਨ all your care for me. ਜਾਂ ਤੁਹਾਡੇ ਸਾਰੇ ਜੋ ਤੁਸੀਂ ਮੇਰੀ ਮਦਦ ਕੀਤੀ This church life has had its own challenges. ਮੇਰੀ ਕਲੀਸਿਆ ਦੇ ਜੀਵਨ ਦੇ ਆਪਣੇ ਅਲੱਗ ਕੀ ਕਹਿੰਦੇ ਨੇ ਚੈਲੰਜ ਸੀਗੇ Some of them were my own making. ਕੁਝ ਮੇਰੇ ਆਪਣੇ ਬਣਾਏ ਸੀਗੇ Week after week I stand on this pulpit ਮੈਂ ਹਰ ਹਫਤੇ ਇਸ ਜਗ੍ਹਾ ਤੇ ਖੜਾ ਹੁੰਨਾ preaching the word of God. ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਵਾਸਤੇ And all of you are praying for me. ਤੇ ਤੁਸੀਂ ਸਾਰੇ ਮੇਰੇ ਵਾਸਤੇ ਪ੍ਰਾਰਥਨਾ ਕਰਦੇ ਹੋ Thank you for everyone who stood by us and prayed for us. ਮੈਂ ਫਿਰ ਉਹਨਾਂ ਦਾ ਸ਼ੁਕਰ ਅਦਾ ਕਰਨਾ ਜਿਹੜੇ ਮੇਰੇ ਨਾਲ ਖੜੇ ਹੋਏ ਤੇ ਮੇਰੇ ਵਾਸਤੇ ਪ੍ਰਾਰਥਨਾ ਕੀਤੀ I have to say the most wonderful gift God has given me ਮੈਂ ਜ਼ਰੂਰ ਕਵਾਂਗਾ ਜਿਹੜਾ ਸਭ ਤੋਂ ਅੱਛਾ ਵਰਦਾਨ ਪਰਮੇਸ਼ਵਰ ਨੇ ਮੈਨੂੰ ਦਿੱਤਾ is my wife Olivia. ਇਹ ਮੇਰੀ ਪਤਨੀ ਓਲੀਵੀਆ ਹੈਗੀ ਹੈ Thank you, my wife. I love you dearly. ਮੈਂ ਉਹਦਾ ਸ਼ੁਕਰ ਅਦਾ ਕਰਨਾ ਤੇ ਉਹਦਾ ਪ੍ਰੇਮ ਕਰਨਾ I think you know that. ਤੁਸੀਂ ਜਾਣਦੇ ਹੋ ਇਹਦੇ ਬਾਰੇ It is one thing to listen to preaching on Sunday. ਇੱਕ ਗੱਲ ਹੈਗੀ ਹੈ ਕਿ ਅਸੀਂ ਜਦੋਂ ਇਤਵਾਰ ਨੂੰ ਪ੍ਰਚਾਰ ਸੁਣਨੇ ਆ It's another thing to listen to preaching all week. ਤੇ ਦੂਸਰਾ ਹੈਗਾ ਪੂਰੇ ਹਫਤਾ ਉਹ ਮੇਰੇ ਗੱਲਾਂ ਨੂੰ ਸੁਣਨਾ She has demonstrated a lot of grace. ਉਹਨਾਂ ਨੇ ਕਾਫੀ ਇਹਦੇ ਉੱਤੇ ਮੇਰੇ ਤੇ ਅਨੁਗ੍ਰਹਿ ਰੱਖਿਆ Another great blessings are my children.
ਤੇ ਹੋਰ ਜਿਹੜਾ ਅੱਛਾ ਵਰਦਾਨ ਹੈਗਾ ਮੇਰੇ ਬੱਚੇ ਨੇ I love you all, my children. ਮੈਂ ਆਪਣੇ ਬੱਚਿਆਂ ਨਾਲ ਪ੍ਰੇਮ ਕਰਦਾ I've got 3 of my own and some of the others who are like my own children. ਮੇਰੇ 3 ਆਪਣੇ ਨੇ ਕੁਝ ਹੋਰ ਬੱਚੇ ਨੇ ਮੇਰੇ ਬੱਚਿਆਂ ਤਰ੍ਹਾਂ Thanks the Lord for all of you. ਸਾਰਿਆਂ ਦਾ ਪਰਮੇਸ਼ਵਰ ਦਾ ਸ਼ੁਕਰ ਕਰਨਾ I really want to point you all to the word of God today. ਮੈਂ ਤੁਹਾਨੂੰ ਸਾਰਿਆਂ ਦੀ ਜਿਹੜਾ ਨਿਗਾਹ ਹੈਗੀ ਹੈ ਪਰਮੇਸ਼ਵਰ ਦੇ ਵੱਲ ਵਚਨ ਵਿੱਚ ਲੱਗ ਜਾਣਾ If you want to write one line about our church, it's all about the word of God. ਜੇ ਤੁਸੀਂ ਇੱਕ ਲਾਈਨ ਇਸ ਕਲੀਸਿਆ ਬਾਰੇ ਲਿਖਣਾ ਚਾਹੁੰਦੇ ਹੋ ਉਹ ਹੈਗਾ ਪਰਮੇਸ਼ਵਰ ਦਾ ਵਚਨ That is the appropriate theme of our anniversary. ਇਹ ਸਾਡਾ ਜਿਹੜਾ ਆਪਣਾ ਐਨਵਰਸਰੀ ਦਾ ਇੱਕ ਮੇਨ ਮੁੱਦਾ ਹੈਗਾ I've titled today's message, The Word of God Rules. ਜਿਹੜਾ ਅੱਜ ਦਾ ਸ਼ੀਰਸ਼ਕ ਹੈਗਾ ਕਿ ਪਰਮੇਸ਼ਵਰ ਦਾ ਵਚਨ ਹਮੇਸ਼ਾ ਸਥਿਰ ਹੈਗਾ ਰੂਲ ਕਰਦਾ ਹੈ In 2 Timothy 3, from 14 onwards to Timothy 4:2, shows the thrust of what is in my heart. ਜਿਹੜਾ ਦੂਸਰਾ ਟਿਮੋਥੀ 3:14 ਤੋਂ ਲੈ ਕੇ 17 ਤੱਕ ਦੱਸਦਾ ਹੈ ਕਿ ਮੇਰੇ ਦਿਲ ਵਿੱਚ ਕੀ ਹੈਗਾ But continue thou in the things which thou hast learned and hast been assured of, knowing of whom thou hast learned them, that from a child thou hast known the holy scriptures, which are able to make thee wise unto salvation through faith which is in Christ Jesus. All scripture is given by inspiration of God and is profitable for doctrine, for reproof, for correction, for instruction in righteousness, that the man of God may be perfect, thoroughly furnished unto all good works. I charge thee therefore before God and the Lord Jesus Christ, who shall judge the quick and the dead at his appearing and his kingdom. Preach the word, be instant in season, out of season, reprove, rebuke, exhort with all long suffering and doctrine. पर तो इन बातों पर जो तूने सीखी हैं और प्रतीति की थी यह जानकर दृढ़ बना रहा है कि तूने उन्हें किन लोगों से सीखा था और बालकपन से पवित्र शास्त्र तेरा जाना हुआ है जो तुझे मसीह पर विश्वास करने से उद्धार प्राप्त करने के लिए बुद्धिमान बना सकता है हर एक पवित्र शास्त्र परमेश्वर की प्रेरणा से रचा गया है और उपदेश और समझाने और सुधारने और धर्म की शिक्षा के लिए लाभदायक है ताकि परमेश्वर का जन सिद्ध बने और हर एक भले काम के लिए तत्पर हो जाए Then the next, 2 Timothy 4, 1 and 2. ओके परमेश्वर और मसीह यीशु मसीह को गवाह करके जो जीवते और मरे हुओं का न्याय करेगा उससे और उसके प्रकट होने और राज्य को शुद्धि दिलाकर मैं तुम्हें चिताता हूँ कि तू वचन को का प्रचार कर समय और असमय तैयार रह सब प्रकार की सहनशीलता और शिक्षा के लिए उलाना दे और डांट और समझा 2 Timothy 4:2 has been my lifelong mission. ਜਿਹੜਾ ਦੂਸਰਾ ਟਿਮੋਥੀ 14 ਦਾ 4 ਹੈਗਾ ਉਹ ਮੇਰੇ ਜੀਵਨ ਦਾ ਇੱਕ ਸੰਦੇਸ਼ ਹੈ 4 ਦਾ 2 Preach the word in season and out of season. ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰੋ ਸਮੇਂ ਜਾਂ ਅਸਮੇਂ That means all the time. ਹਰ ਸਮੇਂ That's what I strive to do. ਇਹ ਮੈਂ ਕਰਨ ਦੀ ਕੋਸ਼ਿਸ਼ ਕਰਦਾ Through these years I've been preaching on Sunday and the Bible study. ਮੈਂ ਸਾਲਾਂ ਤੋਂ ਇਸ ਇਤਵਾਰ ਨੂੰ ਤੇ ਬਾਈਬਲ ਸਟੱਡੀ ਤੇ ਪ੍ਰਚਾਰ ਕਰਨਾ I preached in many places in India and other countries. ਮੈਂ ਇੰਡੀਆ ਹਿੰਦੁਸਤਾਨ ਹੀ ਤੇ ਹੋਰ ਦੇਸ਼ਾਂ 'ਚ ਪ੍ਰਚਾਰ ਕੀਤਾ I have always preached the word of God. ਮੈਂ ਹਮੇਸ਼ਾ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕੀਤਾ I have nothing of my own in that. It is God's word which God opens and I just bring it. ਉਹਦੇ ਵਿੱਚ ਮੇਰਾ ਆਪਣਾ ਕੁਝ ਜੋੜਿਆ ਨਹੀਂ ਹੈ ਪਰਮੇਸ਼ਵਰ ਦਾ ਵਚਨ ਖੋਲਣਾ ਤੇ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ God has commanded me to open the word of God. ਪਰਮੇਸ਼ਵਰ ਨੇ ਮੈਨੂੰ ਨਿਰਦੇਸ਼ ਦਿੱਤਾ ਹੈ ਕਿ ਮੈਂ ਉਹਨਾਂ ਦੇ ਵਚਨ ਖੋਲਾਂ He is the judge of the living and the dead. ਉਹ ਨਿਆਇਧੀਸ਼ ਹੈਗੇ ਨੇ ਜ਼ਿੰਦਾ ਤੇ ਮਰਿਆਂ ਦੇ At his appearing when he comes again. ਤੇ ਉਦੋਂ ਜਦੋਂ ਆ ਕੇ ਦੁਬਾਰਾ ਉਹ ਸਾਡੇ ਰੂਬਰੂ ਹੋਣਗੇ He has commanded me to preach and I preach. ਉਹਨਾਂ ਨੇ ਮੈਨੂੰ ਨਿਰਦੇਸ਼ ਦਿੱਤਾ ਪ੍ਰਚਾਰ ਵਾਸਤੇ ਤੇ ਮੈਂ ਪ੍ਰਚਾਰ ਕਰਦਾ I've been grateful to God that he has given me this responsibility. ਮੈਂ ਪਰਮੇਸ਼ਵਰ ਦਾ ਸ਼ੁਕਰ ਆ ਕਿ ਇਹ ਜ਼ਿੰਮੇਵਾਰੀ ਦਿੱਤੀ I've had some difficult moments with my own weakness. ਮੇਰੇ ਕੁਝ ਮੁਸ਼ਕਿਲ ਆਪਣੀ ਕਮਜ਼ੋਰੀਆਂ ਕਰਕੇ ਵੀ ਸਮੇਂ ਸੀਗੇ I've had some difficulties with challenges.
मेरे कुछ कमजोरियां सीखे थे, कुछ अपना चैलेंजेस सीखे। I had difficulties with some people who are difficult by themselves. मैं कुछ लोगों नाल अपना मुश्किल रहा जेड़े खुद ही मुश्किल ने। Difficulties with some issues and difficulties with some facts. मुश्किलां कुछ हालातां विच ते कुछ लोगों दे नाल। But I have never had a difficulty with the word of God. पर मनु परमेश्वर दे वचन दे नाल कदी तकलीफ नहीं होई। It is life giving and the word has sustained our church. ਉਹ परमेश्वर दा वचन जीवन दिंदा हैगा ते जिन्ने कलीसिया ਨੂੰ बचा के रखिया। I want to quote from David. मैं दाऊद तो दसना चाहना। Psalm 138, 1 and 2. 138 1 दा 2। I will praise thee with my whole heart. Before the gods will I sing praise unto thee. I will worship toward thy holy name, temple, and praise thy name for thy loving kindness and for thy truth. For thou hast magnified thy word above all thy name. मैं पूरे मन से तेरा धन्यवाद करूंगा, देवताओं के सामने तेरा भजन गाऊंगा। मैं तेरे पवित्र मंदिर की ओर दंडवत करूंगा और तेरी करुणा और सच्चाई के कारण तेरे नाम का धन्यवाद करूंगा, क्योंकि तूने अपने वचन को अपने बड़े नाम से अधिक महत्व दिया है। God has exalted his word above his name. परमेश्वर ने अपने वचन नू अपने नाम तो ऊपर महिमा देती है। When we exalt the word, we exalt him. ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਉੱਚਾ ਕਰਨੇ ਆ ਪਰ ਉਦੋਂ ਪਰਮੇਸ਼ਵਰ ਨੂੰ ਉੱਚਾ ਕਰਨੇ ਆ। True worship is exalting God's word. ਸੱਚੀ ਆਰਾਧਨਾ ਹੈਗੀ ਹੈ ਪਰਮੇਸ਼ਵਰ ਦੇ ਵਚਨ ਨੂੰ ਉੱਚਾ ਕਰਨਾ। And that's what we have done in our church. ਇਹੋ ਅਸੀਂ ਆਪਣੀ ਕਲੀਸਿਆ ਹੀ ਕੀਤਾ। The story of this church is not the story of a man, whether it is pastor or elder or anybody. ਇਸ ਕਲੀਸਿਆ ਦੀ ਜਿਹੜੀ ਆਪਣਾ ਕਹਾਣੀ ਹੈਗੀ ਹੈ ਉਹ ਮੇਰੀ ਜਾਂ ਕਿਸੇ ਕਲੀਸਿਆ ਦੇ ਐਲਡਰ ਦੀ ਨਹੀਂ ਹੈਗੀ। It is not the result of man. ਇਹ ਇਨਸਾਨ ਦਾ ਕੋਈ ਕੰਮ ਨਹੀਂ ਹੈਗਾ ਇਹਦੇ ਵਿੱਚ। It is really the story of the word of God. ਇਹ ਪਰਮੇਸ਼ਵਰ ਦੇ ਵਚਨ ਦਾ ਸਵਰੂਪ ਹੈਗਾ। The word of God through the Spirit of God. ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਦੀ ਆਤਮਾ ਦੇ ਦੁਆਰਾ। As Martin Luther wrote, ਜਿਵੇਂ ਮਾਰਟਿਨ ਲੂਥਰ ਨੇ ਕਿਹਾ, I didn't do anything, the word did everything. मैं कुछ नहीं किया, जो किया वचन ने किया। The scripture has dominated my messages. परमेश्वर दे वचन ही मेरे प्रचार दे आधार रहे। And I have strived to bring it to you. ते मैं कोशिश करके तुहाडे तक लेके आया। Like is written in Isaiah 55, 10 and 11. जिवें इसाया 55 10 ते 11 है। For as the rain cometh down and the snow from heaven and returneth not thither, but watereth the earth and maketh it bring forth and bud, that it may give seed to the sower and bread to the eater, so shall my word be that goeth forth out of my mouth. It shall not return unto me void, but it shall accomplish that which I please, and it shall prosper in the thing whereunto I sent it. जिस प्रकार से वर्षा और हिम आकाश से गिरते हैं और वहाँ यों ही लौट नहीं जाते, वरन भूमि पर पड़कर उपज उपजाते हैं, जिससे बोने वाले को बीज, खाने वाले को रोटी मिलती है, उसी प्रकार से मेरा वचन भी होगा जो मेरे मुख से निकलता है। वह व्यर्थ ठहर कर मेरे पास ना लौटेगा, परंतु जो मेरी इच्छा है उसे पूरा करेगा, और जिस काम के लिए मैंने उसको भेजा है उसको सफल करेगा। I just find it so wonderful to bring the word of God, which already I know the result of what is going to happen. मैं जरा वचन लेके आना, मनु पता हैगा कि एंदा जरा नतीजा होएगा की होएगा। See, the word of God does many things for us. परमेश्वर दा वचन साडे वास्ते बहुत सारे काम करदा है। Brings salvation, उद्धार दिंदा है, sanctification, शुद्धि दिंदा है, spiritual growth. रूहानी तरक्की दिंदा है। It fills our hearts with hope of seeing the Lord. साडे दिल नू विच परमेश्वर नू मिलन दी उम्मीद जतांदा है। It empowers our life. साडे जीवन नू सक्षम ते अलग बनांदा है। In Acts 20:32, Paul was speaking to the elders of Ephesus. प्रेरितां दे काम 20 दे 32 जदों पौलुस प्रचीना नाल गल कर रहा है। He said like this, and now brethren, I commend you to God and to the word of his grace, which is able to build you up and to give you an inheritance among all of them which are sanctified. और अब मैं तुम्हें परमेश्वर को और उसके अनुग्रह के वचन को सौंप देता हूँ, जो तुम्हारी उन्नति कर सकता है और सब पवित्रों में सांझी करके मिरास दे सकता है। The Thessalonian church was one of the best churches which Paul ministered to. तस्लोनिया एक ऐसी कलीसिया सीगी
ਜਿਹਨੂੰ ਪੌਲਸ ਨੇ ਜਿੱਥੇ ਪ੍ਰਚਾਰ ਕੀਤਾ। Because it is one of the few churches where Paul did not write any correction to the church. ਇਹ ਐਸੀ ਕਲੀਸਿਆ ਦੀ ਜਿਸਨੇ ਵਾਸਤੇ ਪੌਲਸ ਨੇ ਕੋਈ ਚੀਜ਼ ਨੂੰ ਬਦਲਾਵ ਵਾਸਤੇ ਨਹੀਂ ਕਿਹਾ। In Thessalonian, 1 Thessalonians 2:13, Paul writes, ਪਹਿਲਾ ਤਸਲੋਨੀਆਂ 2:13 ਪੌਲਸ ਕਹਿੰਦਾ ਹੈ, For this cause also thank we God without ceasing, because when you received the word of God which ye heard of us, ye received it not as the word of men, but as it is in truth the word of God, which effectually worketh also in you that believe. इसलिए हम भी परमेश्वर का धन्यवाद निरंतर करते हैं कि जब हमारे द्वारा परमेश्वर का सुसमाचार वचन तुम्हारे पास पहुंचा तो तुमने उसे मनुष्यों का नहीं परंतु परमेश्वर का वचन समझकर और सचमुच ऐसा ही है ग्रहण किया, और तुम जो विश्वास रखते हो प्रभावशील है। The Bible says, Hebrews 4:12, the word of God is quick, that is living and powerful. इब्रानी 4 ਕਹਿੰਦਾ ਹੈ ਪਰਮੇਸ਼ਵਰ ਦਾ ਵਚਨ ਜੀਵਿਤ ਹੈ ਤੇ ਪ੍ਰਬਲ ਹੈ। As church, we have come to believe that the word of God is divine. ਅਸੀਂ ਕਲੀਸਿਆ ਦੇ ਤੌਰ ਤੇ ਸਮਝਦੇ ਹਾਂ ਕਿ ਪਰਮੇਸ਼ਵਰ ਦਾ ਵਚਨ ਦੇਵੀ ਹੈਗਾ And inspired by God. ਤੇ ਪਰਮੇਸ਼ਵਰ ਦੁਆਰਾ ਲਿਖਿਆ ਗਿਆ। It is that people wrote the scriptures as they were moved by the Lord Holy Spirit. ਕਿਉਂਕਿ ਜਿਨ੍ਹਾਂ ਲੋਕਾਂ ਨੇ ਵਚਨ ਲਿਖਿਆ ਉਹ ਪਵਿੱਤਰ ਆਤਮਾ ਦੇ ਦੁਆਰਾ ਪ੍ਰਭਾਵਿਤ ਕੀਤੇ ਗਏ। We know that the word of God is without error. ਸਾਨੂੰ ਪਤਾ ਹੈ ਪਰਮੇਸ਼ਵਰ ਦਾ ਜਿਹੜਾ ਵਚਨ ਹੈਗਾ ਉਹਦੇ ਕੋਈ ਤਰੁਟੀ ਨਹੀਂ। Because Proverbs 35 says, every word of God is pure. He is a shield unto them that put their trust in him. ईश्वर का यह वचन ताया हुआ है और अपने शरणागतों की ढाल ठहरा है। We as a church are convinced that this is the words God has spoken. ਅਸੀਂ ਇੱਕ ਪੂਰੀ ਤਰ੍ਹਾਂ ਦੇ ਵਿਸ਼ਵਾਸ ਕਰਦੇ ਹਾਂ ਕਿ ਇਹ ਵਚਨ ਪਰਮੇਸ਼ਵਰ ਨੇ ਕਹੇ। Because Isaiah 1:2 says, these are the words God has spoken. ਕਿਉਂਕਿ ਇਜ਼ਾਇਆ 1:2 ਕਹਿੰਦਾ ਕਿ ਇਹ ਵਚਨ ਪਰਮੇਸ਼ਵਰ ਨੇ ਕਹੇ। We have always understood that the word of God is sufficient for us to live the life which God wants us to live. ਅਸੀਂ ਇਸ ਚੀਜ਼ ਦਾ ਵਿਸ਼ਵਾਸ ਕੀਤਾ ਹੈ ਕਿ ਪਰਮੇਸ਼ਵਰ ਦਾ ਵਚਨ ਸਾਡੇ ਵਾਸਤੇ ਕਾਫੀ ਹੈ अपना मसीह जीवन जीने वास्ते। My message is not complete without reading Psalm 19 verse 7 and 8. मेरा प्रचार अधूरा रहेगा जब मैं भजन संहिता 19 ਦਾ 7 ਤੋਂ 9 नहीं पढ़ाऊंगा। 7 to 9 actually. The law of the Lord is perfect, converting the soul. The testimony of the Lord is sure, making wise the simple. The statutes, means the laws of the Lord, are right, rejoicing the heart. The commandment of the Lord is pure, enlightening the eyes. The fear of the Lord is clean, enduring forever. The judgments of the Lord are true and righteous altogether. यहोवा की व्यवस्था खरी है, वह प्राण को बहाल कर देती है। यहोवा के नियम विश्वास योग्य हैं, साधारण लोगों को बुद्धिमान बना देते हैं। यहोवा के उपदेश सिद्ध हैं, हृदय को आनंदित कर देते हैं। यहोवा की आज्ञा निर्मल है, वे आँखों को ज्योति ले आती है। यहोवा का भय पवित्र है, वह अनंत काल तक स्थिर रहता है। यहोवा का नियम सत्य और पूरी रीति से धर्ममय है। This is the power of the scripture. यह परमेश्वर दे वचन की ताकत है। You know, many people come and say, how do I hear God? कई लोग आगे पूछते हैं कि मैं परमेश्वर तो किवें सुना। John 8:47, the Bible is very clear how to hear God's word. यूहन्ना 8:47 इस बारे साफ है। He that is of God heareth God's words. Ye therefore hear them not, because ye are not of God. जो परमेश्वर से होता है वह परमेश्वर की बातें सुनता है, और तुम इसलिए नहीं सुनते कि परमेश्वर की ओर से नहीं हो। Those who belong to God hear God's words. जेड़े परमेश्वर दे हैगे ने वो परमेश्वर दी आवाज ਨੂੰ ਸੁਣਦੇ ਨੇ। They hunger for it. ਉਹਨਾਂ ਦੇ ਅੰਦਰ ਪਰਮੇਸ਼ਵਰ ਦੇ ਵਚਨ ਦੀ ਭੁੱਖ ਹੁੰਦੀ ਹੈ। They read it every day. ਉਹਨਾਂ ਨੂੰ ਉਹ ਰੋਜ਼ ਪੜ੍ਹਦੇ ਨੇ। Those who have no interest in God do not read it. ਤੇ ਜਿਨ੍ਹਾਂ ਦਾ ਪਰਮੇਸ਼ਵਰ ਦੇ ਵਚਨ ਵਿੱਚ ਕੋਈ ਆਪਣਾ ਇੰਟਰਸਟ ਨਹੀਂ ਹੈਗਾ ਉਹ ਨਹੀਂ ਪੜ੍ਹਦੇ। Psalm 119, 105 says, Thy word is a lamp unto my feet, a light unto my path. भजन संहिता 119, 105 तेरा वचन मेरे पाँव के लिए दीपक और मेरे मार्ग के लिए उजियाला है। When a Christian is supposed to be full of joy, जरा मसीह के पीछे चलन वाले अंदर दिल विच हमेशा खुशी होनी चाहिए। 1 John 1:4 says, These things we write unto you, that your joy may be full.
पहला यूहन्ना 1:4 कहता है, और ये बातें हम इसलिए लिखते हैं कि हमारा आनंद पूरा हो जाए। The word of God rules in our church. परमेश्वर ਦਾ वचन ਜਿਹੜਾ ਹੈਗਾ ਉਹ ਸਾਡੀ ਕਲੀਸਿਆ ਦਾ ਆਧਾਰ ਹੈ ਜਾਂ ਰੂਲ ਕਰਦਾ ਹੈ। We come Sunday after Sunday, God's word comes. ਅਸੀਂ ਹਰ ਰਵੀਵਾਰ ਨੂੰ ਆਉਂਦੇ ਹਾਂ ਤੇ ਪਰਮੇਸ਼ਵਰ ਦਾ ਵਚਨ ਮਿਲਦਾ ਹੈ। It is strong, ਮਜ਼ਬੂਤ it ਹੈ, is powerful, ਤਾਕਤਵਰ ਹੈ, it is convicting. ਸਾਡੇ ਦਿਲਾਂ ਨੂੰ ਚੁਭਾਉਂਦਾ ਹੈ। There is rebuke some days, ਕਈ ਵਾਰੀ ਇਹ ਸਾਨੂੰ ਆਪਣਾ ਕੀ ਕਹਿੰਦੇ ਨੇ ਹਿਲਾਉਂਦਾ ਹੈ, there is restoration some days, ਕਈ ਵਾਰੀ ਸਾਨੂੰ ਬਣਾਉਂਦਾ ਹੈ, there is conviction some days, ਕਈ ਵਾਰੀ ਸਾਨੂੰ ਸਾਡੇ ਦਿਲਾਂ ਨੂੰ ਉਹ ਰਸਤਾ ਦਿਖਾਉਂਦਾ ਹੈ, there is comfort some days, ਕਈ ਵਾਰੀ ਸਾਨੂੰ ਸ਼ਾਂਤੀ ਦਿੰਦਾ ਹੈ। there is joy in all of it. ਇਹ ਸਾਰੇ ਖੁਸ਼ੀ ਹੈ। My understanding of how the word of God helps us is simplified today in 4 words. ਜਿਹੜਾ ਪਰਮੇਸ਼ਵਰ ਦਾ ਵਚਨ ਸਾਨੂੰ ਕਿਵੇਂ ਤਿਆਰ ਕਰਦਾ ਹੈ, ਤਸੱਲੀ ਦਿੰਦਾ ਹੈ, ਉਹਦੇ 4 ਸ਼ਬਦ ਨੇ। I have used the ABCD of the word of God. ABCD. ਮੈਂ ਉਹਨੂੰ ABCD ਵਚਨ ਦਾ ਕਹਿੰਦਾ। A means acknowledgement. ਇਹ ਹੈਗਾ ਕਿ ਆਪਾਂ ਉਹਨੂੰ ਐਕਨੋਲੇਜ ਕਰਦੇ ਆ, We ਮੰਨਦੇ know ਆ। what the word of God is saying, telling us. ਸਾਨੂੰ ਪਤਾ ਹੈ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਕਹਿ ਰਿਹਾ ਹੈ। B means belief. ਦੂਸਰਾ B ਹੈਗਾ We ਵਿਸ਼ਵਾਸ। believe what it says. ਅਸੀਂ ਵਿਸ਼ਵਾਸ ਕਰਨੇ ਜੋ ਇਹ ਕਹਿੰਦਾ We ਹੈ, don't question it. ਅਸੀਂ ਸਵਾਲ ਨਹੀਂ ਕਰਦੇ ਉਹਨੂੰ। C means compliance. C ਹੈਗਾ ਕਿ ਅਸੀਂ ਉਹਦੇ ਤੇ ਚੱਲਨੇ ਆ। We are eager to obey it. ਸਾਡੀ ਤੀਵਰ ਇੱਛਾ ਹੈਗੀ ਕਿ ਉਹਦੇ ਮਗਰ ਚੱਲੀਏ। And finally, D means devotion. ਤੇ ਚੌਥਾ ਹੈਗਾ ਕਿ ਅਸੀਂ ਉਹਦਾ ਆਦਰ ਕਰਨੇ ਆ। We love the word of God. ਅਸੀਂ ਪਰਮੇਸ਼ਰ ਦੇ ਵਚਨ ਨਾਲ ਪਿਆਰ ਕਰਨੇ ਆ। ABCD of the word of God. ABCD ਪਰਮੇਸ਼ਰ ਦੇ ਵਚਨ ਦੀ। Psalm 1 and 2, the Bible says, Blessed is the man that walketh not in the way or counsel of the ungodly, nor standeth in the way of sinners, nor sitteth in the seat of the scornful, but his delight is in the law of the Lord, and in his law doth he meditate day and night. क्या ही धन्य है वह पुरुष जो दुष्टों की युक्ति पर नहीं चलता, ना पापियों के मार्ग में खड़ा होता है, ना ठट्ठे करने वालों की मंडली में बैठता है, परंतु वह तो यहोवा की व्यवस्था से प्रसन्न रहता है और उसकी व्यवस्था पर दिन रात ध्यान करता रहता है। Our delight is in the word of God. साड़ी ਜਿਹੜੀ ਖੁਸ਼ੀ ਹੈਗੀ ਹੈ ਪਰਮੇਸ਼ਵਰ ਦੇ ਵਚਨ 'ਚ। That's why we don't have entertainment here. ਐਸ ਕਰਕੇ ਅਸੀਂ ਦੂਸਰਾ ਕੋਈ ਰੋਚਕ ਸਾਧਨ ਨਹੀਂ We ਹੈ। have no extra things other than the word of God. ਸਾਡੇ ਕੋਲ ਹੋਰ ਕੋਈ ਚੀਜ਼ਾਂ ਨਹੀਂ ਹੈਗੀ, ਸਿਰਫ ਪਰਮੇਸ਼ਵਰ ਦਾ ਵਚਨ ਹੈ। Psalm 40 verse 8, the Bible says, ਭਜਨ ਸੰਹਿਤਾ 40:8 I delight to do thy will, O God. Yea, the law is written in my heart. हे मेरे परमेश्वर, मैं तेरी इच्छा पूरी करने से प्रसन्न हूँ और तेरी व्यवस्था मेरे अंतरकरण में बनी है। It is not a momentary experience. ਇਹ ਸਾਡਾ ਕੁਝ ਛੜ ਦਾ ਤਜਰਬਾ ਨਹੀਂ ਹੈ। It's not an emotional show to just lift you up and then throw you down after you get out of the service. ਇਹ ਐਸੀ ਕੋਈ ਭਾਵਨਾ ਵੀ ਨਹੀਂ ਹੈ ਕਿ ਜਿਹੜਾ ਤੁਹਾਨੂੰ ਪਹਿਲੇ ਉਠਾ ਦੇਵੇ ਤੇ ਕਲੀਸਿਆ ਦੇ ਖਤਮ ਹੋਣ ਤੋਂ ਬਾਅਦ ਤੁਸੀਂ ਗਿਰ ਜਾਓ। The word of God is the greatest thing that we talk about and we discuss about. ਪਰਮੇਸ਼ਵਰ ਦਾ ਵਚਨ ਸਭ ਤੋਂ ਉੱਤਮ ਹੈਗਾ ਜਿੰਦੇ ਬਾਰੇ ਅਸੀਂ ਗੱਲਬਾਤ ਕਰਨੇ ਆ ਤੇ ਗੱਲਾਂ ਕਰਨੇ ਆ। That's why we sing the way we sing. ਇਸ ਕਰਕੇ ਅਸੀਂ ਆਪਣਾ ਭਜਨ ਗਾਣੇ ਜਿਸ ਤਰ੍ਹਾਂ ਗਾਣੇ ਆ। We don't sing about ourselves. ਆਪਣੇ ਬਾਰੇ ਨਹੀਂ ਗਾਉਂਦੇ, We sing about the word of God. ਪਰਮੇਸ਼ਵਰ ਦੇ ਵਚਨ ਬਾਰੇ ਗਾਣੇ ਆ। Psalm 119:97 summarizes this. ਭਜਨ ਸੰਗੀਤਾ 119 ਦਾ 97 ਦਾ ਸਾਰਾਂਸ਼ ਹੈ। Oh, how I love thy law. It is my meditation all the day. मैं तेरी व्यवस्था में कैसी प्रीति रखता हूँ, दिन भर तेरा ध्यान उसी पर लगा रहता है। Psalm 19:10, more to be desired than they of gold, much more than fine gold, sweeter also than honey and the honeycomb. भजन संहिता 19:10, वे तो सोने से और बहुत ही कुंदन से भी अधिक मनोहर हैं, वे मधु से और टपकने वाले छत्ते से भी बहुत मधुर हैं। Job 23:12, the Bible says, अयूब 23:12 कहता है, neither have I gone back from the commandment of his lips. I have esteemed the words of his mouth more than my necessary food. उसकी आज्ञा का पालन करने से मैं ना हटा और मैंने उसके वचन अपनी इच्छा से ना कहे अधिक काम कर उसके वचन अपनी इच्छा से कहीं अधिक काम के जानकर सुरक्षित रखे। You see, we read the word of God, we obey it because we love God.
ਅਸੀਂ ਪਰਮੇਸ਼ਵਰ ਦਾ ਵਚਨ ਪੜ੍ਹਨੇ ਆ, ਉਹਨੂੰ ਮੰਨਨੇ ਆ, ਕਿਉਂਕਿ ਅਸੀਂ ਪਰਮੇਸ਼ਵਰ ਨਾਲ ਪ੍ਰੇਮ ਕਰਨੇ ਆ। You know, when people were, when some of the disciples left Lord Jesus Christ, Lord Jesus turns to Peter and asks, will you also leave? ਜਦੋਂ ਕੁਝ ਚੋਲੇ ਪ੍ਰਭੂ ਯੀਸ਼ੂ ਮਸੀਹ ਨੂੰ ਛੋੜ ਕੇ ਚਲੇ ਗਏ ਤੇ ਉਹਨਾਂ ਨੇ ਪਤਰਸ ਕੋਲ ਮੁੜ ਕੇ ਪੁੱਛਿਆ ਕਿ ਕਿਆ ਤੂੰ ਵੀ ਇਹਨਾਂ ਪਿੱਛੇ ਜਾਣਾ ਚਾਹਨਾ ਹੈ? Peter answers and says, ਪਤਰਸ ਨੇ ਜਵਾਬ ਦਿੱਤਾ, to whom shall we go? You have the words of eternal life. ਉਹ ਕਹਿੰਦਾ ਮੈਂ ਕਿੱਥੇ ਜਾਵਾਂ, ਤੁਹਾਡੇ ਕੋਲ ਅਨੰਤ ਜੀਵਨ ਦੇ ਵਚਨ ਨੇ। We are spiritually alive because of the word of God. ਅਸੀਂ ਰੂਹਾਨੀ ਤੌਰ ਤੇ ਜਿੰਦਾ ਹੈਗੇ ਆ ਕਿਉਂਕਿ ਪਰਮੇਸ਼ਰ ਦਾ ਵਚਨ ਹੈ। We love the word of God. ਅਸੀਂ ਪਰਮੇਸ਼ਰ ਦੇ ਵਚਨ ਨੂੰ ਪ੍ਰੇਮ ਕਰਨੇ ਆ। Is it because we are smarter than other Christians? ਕਿਆ ਅਸੀਂ ਇਹਨਾਂ ਮਤਲਬ ਦੂਜਿਆਂ ਤੋਂ ਜ਼ਿਆਦਾ ਸਮਝਦਾਰ ਆ? Is it because we are more spiritual? ਜਾਂ ਜ਼ਿਆਦਾ ਰੂਹਾਨੀ ਆ? Why is it that we have this love for the word of God? ਕਿਉਂਕਿ ਅਸੀਂ ਪਰਮੇਸ਼ਰ ਦੇ ਵਚਨ ਨਾਲ ਪਿਆਰ ਕਰਦੇ ਆ। It's because when we exalt God's word, God blesses us with this love for his word. ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਉੱਚਾ ਚੜਾਉਂਦੇ ਆ ਤੇ ਪਰਮੇਸ਼ਵਰ ਦਾ ਸਾਨੂੰ ਆਸ਼ੀਸ਼ ਦਿੰਦੇ ਨੇ। And Paul talks about this when he talks to the Thessalonian church in 1 Thessalonians 1 verse 5. ਪੌਲੂ ਇਸ ਬਾਰੇ ਗੱਲ ਕਰਦਾ ਹੈ ਪਹਿਲਾ ਤਸਲੋਨੀਆਂ 1:5 ਵਿੱਚ। For our gospel did not come to you in word only, but also in the power and in the Holy Spirit and in much assurance, as you know what kind of men we were among you for your sake. क्योंकि हमारा सुसमाचार तुम्हारे पास ना केवल वचन मात्र ही में वरन सामर्थ और पवित्र आत्मा और बड़े निश्चय के साथ पहुंचा है, जैसा तुम जानते हो कि हम तुम्हारे लिए तुम में कैसे बन गए थे। The word of God has been the driving force of our church. परमेश्वर ਦਾ वचन ही ਸਾਡੀ ਕਲੀਸਿया ਦੇ ਨੂੰ ਅੱਗੇ ਵਧਾਉਣ ਵਿੱਚ ਕਾਮਯਾਬ ਰਿਹਾ। But here comes God's word for you. ਪਰ ਇੱਥੇ ਪਰਮੇਸ਼ਰ ਦਾ ਵਚਨ ਤੁਹਾਡੇ ਵਾਸਤੇ ਹੈਗਾ। It is not enough to sit still after listening to God's word. There is something you need to do to give back to God. ਇਹ ਨਹੀਂ ਠੀਕ ਹੈਗਾ ਕਿ ਅਸੀਂ ਪਰਮੇਸ਼ਵਰ ਦਾ ਵਚਨ ਸੁਣ ਕੇ ਉਸ ਤਰ੍ਹਾਂ ਬੈਠੇ ਰਹੀਏ, ਪਰ ਪਰਮੇਸ਼ਵਰ ਦਾ ਵਚਨ ਸੁਣਨ ਤੋਂ ਬਾਅਦ ਸਾਨੂੰ ਕੁਝ ਕਰਨ ਦੀ ਜ਼ਰੂਰਤ ਹੈ। I want to illustrate what God wants to say in this example. ਮੈਂ ਜੋ ਪਰਮੇਸ਼ਵਰ ਕਹਿਣਾ ਚਾਹੁੰਦੇ ਨੇ ਉਹ ਇਸ ਉਦਾਹਰਣ ਦੇ ਜ਼ਰੀਏ ਕਵਾਂਗਾ। You see, Joseph in his life, he was sold as a slave. जोसेफ अपने जीवन ਵਿੱਚ ਇੱਕ ਦਾਸ ਕਰਕੇ ਵੇਚਿਆ ਗਿਆ। And he became the prime minister of Egypt itself. ਤੇ ਉਹ ਮਿਸਰ ਦਾ ਪ੍ਰਾਈਮ ਮਿਨਿਸਟਰ ਬਣਿਆ। And what did Joseph do the first 7 years? ਤੇ ਉਹਨੇ ਕੀ ਕੀਤਾ ਪਹਿਲੇ 7 ਸਾਲ? Genesis 41:35. And let them gather all the food of those good years that are coming and store up the grain under the authority of Pharaoh and let them keep the food in the cities. और वे इन अच्छे वर्षों में सब प्रकार के भोजन वस्तु इकट्ठा करे और नगर नगर में भंडार घर भोजन के लिए फिरौन के वश में करके उनकी रक्षा करे। They gathered all the grain and stored in the cities. उन्होंने सारा जरा अनाज सीगा वो अलग अलग शहर इकट्ठा किया। This is what the Lord says to International Community Church. ते परमेश्वर दा वचन इंटरनेशनल कम्युनिटी चर्च नु कहंदा These 13 years you have received the grain and stored it in your heart. 13 साल तुसी परमेश्वर दा जरा वचन हैगा ओनु अपने दिल विच रखया है। You know, in scripture grain is the word of God. परमेश्वर दे वचन विच जड़ा अन्न हैगा वो परमेश्वर दा वचन है। It is time to go into the world and sell this grain. ए समय हैगा हुण असीं संसार ही जाइए ते जरा अनाज हैगा इनू वेचीए। Your neighbors are unsaved. तुहाडे पड़ोसी नहीं बचाए गए। Your colleagues are unsaved. तुहाडे नाल काम करने वाले नहीं बचाए The गए। people whom you do business with are unsaved. तुसी जिन्हां नाल व्यापार करदे हो नहीं बचाए गए। God is saying distribute the grain, enough of storage. परमेश्वर दा कहंदा है बहुत तुसी भंडार कर लिया हुण इनू वितरित करो। Don't be overtaken by your work, अपने कम्मां दे नाल दे बोझ ना रहो। by your business, अपने व्यापार by दे your families. परिवार दे Do it in spite of all these things. ए सब कम्मां दे बावजूद अगे वधो। When you start selling, people will come. ਜਦੋਂ ਤੁਸੀਂ ਸ਼ੁਰੂ ਕਰੋਗੇ ਵੇਚਣਾ ਤੇ ਲੋਕ ਆਣਗੇ। Genesis 41:57. So all the countries came to Joseph in Egypt to buy grain because the famine was severe in all the lands. सो सारी पृथ्वी के लोग मिस्र में
अन्न मोल लेने के लिए यूसुफ के पास आने लगे, क्योंकि सारी पृथ्वी पर भयंकर अकाल था। To give you a perspective, I want to tell this story. ਇਹਨੂੰ ਸਮਝਾਉਣ ਵਾਸਤੇ ਮੈਂ ਤੁਹਾਨੂੰ ਇੱਕ ਵਿਆਖਿਆਨ ਦੱਸਾਂਗਾ। Leighton Farrell was the pastor of a church in Dallas. ਲਾਈਟਨ ਫੈਰਲ ਜਿਹੜਾ ਸੀਗਾ ਉਹ ਡੈਲਸ ਵਿੱਚ ਕਲੀਸਿਆ ਦਾ ਪਾਦਰੀ ਸੀ। He told the story of a man in his church. ਉਹਨੇ ਆਪਣੇ ਕਲੀਸਿਆ ਦੇ ਇੱਕ ਜਨ ਬਾਰੇ ਗੱਲ ਕਹੀ। Before this Farrell took over this church, there was another pastor. ਫੈਰਲ ਦੇ ਆਉਣ ਤੋਂ ਪਹਿਲੇ ਦੂਸਰਾ ਪਾਦਰੀ ਸੀ। He had a covenant with one man at that time to give. That man said to that other pastor, "I'll give 10% of my salary every month, every year." ਉਸ ਤੋਂ ਪਹਿਲੇ ਇੱਕ ਆਦਮੀ ਦਾ ਪਹਿਲੇ ਵਾਲੇ ਪਾਦਰੀ ਨਾਲ ਅਹਿਦ ਸੀਗਾ ਕਿ ਜੋ ਵੀ ਮੈਂ ਕਮਾਵਾਂਗਾ ਉਹਦਾ ਮੈਂ ਤੁਹਾਨੂੰ ਦਸ਼ਮਾਂਸ਼ ਦਿਆਂਗਾ। Both of them were young and they didn't have much money, but they promised God. ਉਹ ਦੋਨੋਂ ਉਸ ਟਾਈਮ ਜਵਾਨ ਸੀਗੇ, ਉਹਨਾਂ ਕੋਲ ਉਦੋਂ ਜ਼ਿਆਦਾ ਪੈਸੇ ਨਹੀਂ ਸੀਗੇ, ਪਰ ਉਹਨਾਂ ਨੇ ਅਹਿਦ ਕੀਤਾ। The pastor told the young man, "Okay, this is the covenant with God. I am the witness for it." ਤੇ ਉਹਨੇ ਨਵੇਂ ਪੁਰਾਣੇ ਪਾਦਰੀ ਨੇ ਨਵੇਂ ਪਾਦਰੀ ਨੂੰ ਕਿਹਾ ਕਿ ਇਹ ਅਹਿਦ ਇਹਨਾਂ ਨੇ ਪਰਮੇਸ਼ਵਰ ਨਾਲ ਕੀਤਾ ਹੈ ਤੇ ਜਿੰਦਾ ਮੈਂ ਗਵਾਹ ਹਾਂ। Things slowly changed. ਸਮੇਂ ਨਾਲ ਚੀਜ਼ਾਂ ਬਦਲ ਗਈਆਂ। The young man tithed $1,000. The first year he earned 10,000. ਜਿਹੜਾ ਜਵਾਨ ਬੰਦਾ ਸੀਗਾ ਉਹਨੇ ਪਹਿਲੇ ਸਾਲ 10,000 ਕਮਾਇਆ ਤੇ 1000 ਉਹਨੇ ਨੇ ਦਸ਼ਮਾਂਸ਼ ਦਿੱਤਾ। And after a couple of years he tithed $10,000 because he earned $100,000. ਕੁਝ ਸਾਲ ਉਹਨੇ 10,000 ਦਸ਼ਮਾਂਸ਼ ਦਿੱਤਾ ਕਿਉਂਕਿ ਉਹਨੇ $1,00,000 ਕਮਾਇਆ ਸੀ। Then the next year it was $100,000 tithe because he earned 1 million. ਉਸ ਤੋਂ ਬਾਅਦ ਉਹਨੇ ਆਪਣਾ 10 ਲੱਖ ਦਿੱਤਾ ਕਿਉਂਕਿ ਉਹਨੇ 1 ਮਿਲੀਅਨ ਕਮਾਇਆ ਸੀ। But then the next year he earned $6 million. ਪਰ ਉਸ ਤੋਂ ਬਾਅਦ ਉਹਨੇ 6 ਮਿਲੀਅਨ ਕਮਾਇਆ। But in his heart he could not bring himself to write a check for $600,000. ਪਰ ਉਹ ਆਪਣੇ ਦਿਲ ਨੂੰ ਮਨਾ ਨਹੀਂ ਸਕਿਆ ਕਿ $6 ਲੱਖ ਦਾ ਉਹ ਚੈੱਕ ਕੱਟੇ। So he called the church. ਉਹਨੇ ਕਲੀਸਿਆ ਨੂੰ ਬੁਲਾਇਆ। Then they said that pastor has moved to another church. ਉਹਨਾਂ ਨੇ ਕਿਹਾ ਕਲੀਸਿਆ ਤਾਂ ਦੂਸਰੇ ਉਹ ਪਾਦਰੀ ਦੂਸਰੀ ਕਲੀਸਿਆ ਚਲਾ ਗਿਆ। So he said he fixed an appointment. I want to come and see you. ਤੇ ਉਹਨੇ ਅਪਾਇੰਟਮੈਂਟ ਕੀਤੀ ਕਿ ਮੈਂ ਜਾ ਕੇ ਤੁਹਾਨੂੰ ਮਿਲਣਾ ਚਾਹਨਾ। So walking into the pastor's office, this man asked this pastor, ਤੇ ਉਹ ਪਾਸਟਰ ਦੇ ਆਫਿਸ ਜਾ ਕੇ ਉਹਨਾਂ ਨਾਲ ਗੱਲ ਕਰਦਾ ਹੈ। "This tithing business has to stop. ਉਹ ਕਹਿੰਦਾ ਦਸ਼ਮਾਂਸ਼ ਦਾ ਕੰਮ ਬੰਦ ਹੋਣਾ ਚਾਹੀਦਾ ਹੈ। It was fine when my tithe was $1,000. ਇਹ ਕਹਿੰਦਾ ਉਦੋਂ ਠੀਕ ਸੀ ਜਦੋਂ ਮੇਰਾ ਦਸ਼ਮਾਂਸ਼ 1000 But ਸੀ। I cannot give you $600,000. ਪਰ ਮੈਂ ਤੁਹਾਨੂੰ 6 ਲੱਖ ਨਹੀਂ ਦੇ ਸਕਦਾ। You got to do something, Reverend." ਤੁਹਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ। The pastor knelt on the floor and started praying. ਤੇ ਪਾਸਟਰ ਨੇ ਜ਼ਮੀਨ ਤੇ ਬੈਠ ਕੇ ਪ੍ਰਾਰਥਨਾ ਸ਼ੁਰੂ ਕੀਤੀ। After some time, this man got tired and he asked the pastor, ਕੁਝ ਸਮੇਂ ਤੱਕ ਉਹ ਇੰਤਜ਼ਾਰ ਕਰਦਾ ਰਿਹਾ। ਫਿਰ ਉਹਨੇ ਪਾਦਰੀ ਨੂੰ ਕਿਹਾ, "What are you doing, pastor? ਕਹਿੰਦਾ ਤੁਸੀਂ ਕੀ ਕਰ ਰਹੇ ਹੋ? Are you praying for God to give me, set me free from this covenant?" ਕਿਆ ਤੁਸੀਂ ਪਰਮੇਸ਼ਵਰ ਨੂੰ ਪ੍ਰਾਰਥਨਾ ਕਰ ਰਹੇ ਹੋ ਕਿ ਮੈਂ ਅਹਿਦ ਤੋਂ ਛੁੱਟ ਜਾਵਾਂ? The minister said, "No. ਪਾਦਰੀ ਨੇ ਕਿਹਾ ਨਹੀਂ, I am praying to God to reduce your income to $10,000 so you can give the 1,000 which you are comfortable." ਕਹਿੰਦਾ ਮੈਂ ਪਰਮੇਸ਼ਵਰ ਨੂੰ ਪ੍ਰਾਰਥਨਾ ਕਰ ਰਿਹਾ ਕਿ ਤੇਰੀ ਕਮਾਈ ਦੁਬਾਰਾ $10,000 ਹੋ ਜਾਵੇ ਤਾਂ ਕਿ ਤੂੰ $1000 ਦਸ਼ਮਾਂਸ਼ ਦੇ ਸਕੇ। The lesson is this. ਇਹਦਾ ਆਪਣਾ ਮੋਰਲ ਆਫ ਦੀ ਸਟੋਰੀ ਹੈਗਾ। I want all of you to smile after the lesson, okay? When we neglect the word of God and the service of God's word because of our circumstances, ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਹਾਲਾਤਾਂ ਕਰਕੇ ਪਿੱਛੇ ਛੋੜਨੇ ਆ, we are telling God, "Oh God, thank you for all this promotion. Thank you for my children. Thank you for my wife. Thank you for my business. Thank you for everything. But because of what you have blessed me, I am not able to give you time." ਅਸੀਂ ਕਹਿੰਦੇ ਆ ਤੁਸੀਂ ਪਰਮੇਸ਼ਵਰ ਨੂੰ ਤਰੱਕੀ ਦਿੱਤੀ, ਪਰਿਵਾਰ ਦਿੱਤਾ, ਬਿਜ਼ਨਸ ਦਿੱਤਾ, ਸਭ ਕੁਝ ਦਿੱਤਾ, ਪਰ ਜੋ ਤੁਸੀਂ ਦਿੱਤਾ ਉਹਦੇ ਕਾਰਨ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਦਾ। So you know what my prayer will be. ਸੌਰੀ। ਤੇ ਤੁਸੀਂ ਜਾਣਦੇ ਹੋ ਮੇਰੀ ਪ੍ਰਾਰਥਨਾ ਕੀ ਹੋਏਗੀ? To reduce you back to the circumstance where you will have time. ਕਿਉਂਕਿ ਤੁਹਾਡੇ ਹਾਲਾਤ ਹੋਏ ਪੁਰਾਣੇ ਵਰਗੇ ਹੋ ਜਾਣ ਤਾਂ ਕਿ ਤੁਹਾਡੇ ਕੋਲ ਸਮੇਂ ਹੋਵੇ। The message of God is very clear, my dear brothers and sisters. He is saying that He has blessed us with the word of God, but we are neglecting the service of God. ਪਰਮੇਸ਼ਵਰ ਦੇ ਵਚਨ ਦਾ ਜਿਹੜਾ ਆਧਾਰ ਬੜਾ ਆਸਾਨ ਹੈ ਕਿ ਉਹਨਾਂ ਸਾਨੂੰ ਅਸ਼ੀਸ਼ ਦਿੱਤੀ ਹੈ, ਪਰ ਅਸੀਂ ਉਹਨਾਂ ਦੇ ਕੰਮਾਂ ਨੂੰ ਪਿੱਛੇ ਕਰ ਰਹੇ ਹਾਂ। This is the first part of the message. There is second part left. ਇਹ ਮੇਰੇ ਸੰਦੇਸ਼ ਦਾ ਪਹਿਲਾ ਹਿੱਸਾ, ਦੂਜਾ ਜਿਹੜਾ ਰਹਿੰਦਾ ਹੈ। You see the Dead Sea or the Salt Sea. You know why it gets its name? ਤੁਸੀਂ ਜੇ ਦੇਖਿਆ ਜਿਹਨੂੰ ਆਪਾਂ ਡੈਡ ਸੀ ਕਹਿੰਦੇ ਆ, ਉਹਨੂੰ ਇਹ ਨਾਮ ਕਿਵੇਂ ਮਿਲਿਆ?
There no creature lives in that sea. ਉੱਥੇ ਕੋਈ ਵੀ ਆਪਣਾ ਜੀਵ ਜੰਤੂ ਨਹੀਂ ਰਹਿੰਦਾ। That's why it's called Dead Sea. ਇਸ ਕਰਕੇ ਉਹਨੂੰ ਡੈਡ ਸੀ ਕਹਿੰਦੇ ਨੇ। No plants grow around this sea. ਉਹਦੇ ਆਸ-ਪਾਸ ਕੋਈ ਪੌਦੇ ਵੀ ਨਹੀਂ ਬੰਦੇ। You know why it is salty and it is dead? ਤੁਹਾਨੂੰ ਪਤਾ ਹੈ ਕਿਉਂ ਇਹਨਾਂ ਨਮਕੀਨ ਹੈਗਾ ਤੇ ਡੈਡ ਹੈ? Because all the water comes down the Jordan and ends up in the Dead Sea. ਕਿਉਂਕਿ ਜਾਰਡਨ ਨਦੀ ਦਾ ਜਿੰਨਾ ਪਾਣੀ ਹੈਗਾ ਉਹ ਆ ਕੇ ਡੈਡ ਸੀ ਤੇ ਰੁਕਦਾ ਹੈ। Doesn't give out. ਪਰ ਡੈਡ ਸੀ ਉਹ ਪਾਣੀ ਨੂੰ ਅੱਗੇ ਨਹੀਂ ਦਿੰਦਾ। If you don't start to give out God's word, ਜੇ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਅੱਗੇ ਨਹੀਂ ਵੰਡਾਂਗੇ the worldly things will fill you and it will make you dead. ਤੇ ਸੰਸਾਰਿਕ ਚੀਜ਼ਾਂ ਤੁਹਾਡੇ ਅੰਦਰ ਭਰ ਜਾਣਗੀਆਂ ਤੇ ਤੁਹਾਨੂੰ ਉਹ ਆਪਣਾ ਮਰੇ ਵਰਗਾ ਕਰ ਦੇਣਗੀਆਂ। When you receive God's word, you have to give it out. ਜਦੋਂ ਤੁਸੀਂ ਪਰਮੇਸ਼ਵਰ ਦਾ ਵਚਨ ਗ੍ਰਹਿਣ ਕਰਦੇ ਹੋ ਉਹਨੂੰ ਅੱਗੇ ਦਿਓ। Discipline and sacrifice is lacking in the word of God in ICC, International Community Church. ਅਨੁਸ਼ਾਸਨ ਤੇ Sacrifice. ਤੇ ਬਲੀਦਾਨ ਜਿਹੜਾ ਹੈਗਾ ਉਹ ਸਾਡੀ ਕਲੀਸਿਆ ਦੀ ਕਮੀ ਹੈ। Discipline in prayer and Bible reading. ਅਨੁਸ਼ਾਸਨ ਪ੍ਰਾਰਥਨਾ ਤੇ ਪਰਮੇਸ਼ਵਰ ਦਾ ਵਚਨ ਪੜ੍ਹਨ ਵਿੱਚ। Sacrificing your worldly things to give the gospel is lacking. ਤੇ ਸੰਸਾਰਿਕ ਚੀਜ਼ਾਂ ਦਾ ਬਲੀਦਾਨ ਕਰਕੇ ਪਰਮੇਸ਼ਵਰ ਦਾ ਵਚਨ ਦੇਣਾ ਉਹਨੇ ਕਮਜ਼ੋਰੀ ਹੈ। It has to be a discipline. ਉਹਦੇ ਅਨੁਸ਼ਾਸਨ ਹੋਣਾ ਚਾਹੀਦਾ। Not once in 6 months when it is convenient to call somebody home or to go to where we go flea market, to once in 6 months you go and you give God. That's not is discipline. That is a casual way to do God's word. ਜੇ ਅਸੀਂ ਸਾਲ 6 ਮਹੀਨੇ 'ਚ ਇੱਕ ਵਾਰੀ ਫਲੀ ਮਾਰਕੀਟ ਜਾ ਕੇ ਪਰਮੇਸ਼ਵਰ ਦੇ ਵਚਨ ਦੇ ਕੰਮ ਵਿੱਚ ਸਹਿਯੋਗ ਦਿੰਦੇ ਆ ਉਹ ਇਸ ਚੀਜ਼ ਦਾ ਗੱਲ ਨਹੀਂ ਹੈਗੀ। It doesn't work like that. ਉਸ ਤਰ੍ਹਾਂ ਨਹੀਂ ਕੰਮ ਹੁੰਦਾ। You have to sacrifice and you have to be disciplined. ਤੁਸੀਂ ਆਪਣੇ ਆਪ ਨੂੰ ਅਨੁਸ਼ਾਸਨ ਲੈ ਕੇ ਆਣਾ ਹੈ ਤੇ ਬਲੀਦਾਨ ਦੇਣਾ ਹੈ। See, the word of God is given so you can hear God's word, God's voice. ਪਰਮੇਸ਼ਵਰ ਦਾ ਵਚਨ ਇਸ ਕਰਕੇ ਦਿੱਤਾ ਗਿਆ ਕਿ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਸਕੀਏ। But we put on the TV and try to listen. It won't come. ਪਰ ਅਸੀਂ ਟੀਵੀ ਚਲਾ ਕੇ ਉਹਨੂੰ ਲੈ ਲੈਂਦੇ ਆ ਉਸ ਤਰ੍ਹਾਂ ਨਹੀਂ ਮਿਲੇਗਾ। Listening to TV programs will not give you God's word. ਪਰਮੇਸ਼ਵਰ ਦੇ ਵਚਨਾਂ ਨੂੰ ਟੀਵੀ ਦੇ ਦੁਆਰਾ ਸੁਣਨ ਨਹੀਂ ਤੁਹਾਨੂੰ ਮਿਲਣਗੇ। Listen carefully to me. Listen carefully. Individually, you should listen to God's voice when you are reading God's word. That is the food God is talking about. ਨਿੱਜੀ ਤੌਰ ਤੇ ਜਦੋਂ ਤੁਸੀਂ ਪਰਮੇਸ਼ਵਰ ਦਾ ਵਚਨ ਪੜ੍ਹ ਕੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹੋ ਉਹ ਪਰਮੇਸ਼ਵਰ ਚਾਹੁੰਦੇ ਨੇ। That is what gives you victory. ਉਹ ਤੁਹਾਨੂੰ ਜਿੱਤ ਦਿੰਦਾ ਹੈ। Because we don't do it, we are a very, very weak and failing Christians. ਕਿਉਂਕਿ ਅਸੀਂ ਇਹ ਕੰਮ ਨਹੀਂ ਕਰਦੇ ਇਸ ਕਰਕੇ ਅਸੀਂ ਕਮਜ਼ੋਰ ਮਸੀਹ ਹੈਗੇ ਤੇ ਹਾਰੇ ਹਾਂ। Matthew 4:4, Lord Jesus told Satan that man shall not live by bread alone but by every word that proceeds from the mouth of God. उसने उत्तर दिया कि लिखा है कि मनुष्य केवल रोटी ही से नहीं परंतु हर एक वचन से जो परमेश्वर के मुख से निकलता है जीवित रहेगा। I want to ask you one question. मैं एक ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ How long it is since you heard the word of God from the mouth of God? ਕਿੰਨਾ ਸਮੇਂ ਹੋ ਗਿਆ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਪਰਮੇਸ਼ਵਰ ਦੇ ਮੁਖ ਤੋਂ ਸੁਣਿਆ। How can we call ourselves living if we have never heard from the mouth of God? ਅਸੀਂ ਆਪਣੇ ਆਪ ਨੂੰ ਕਿਵੇਂ ਜ਼ਿੰਦਾ ਕਹਿ ਸਕਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਮੁਖ ਤੋਂ ਨਹੀਂ ਸੁਣਿਆ। The word of God is not just heard in preaching but meditating and delighting in God's word. ਪਰਮੇਸ਼ਵਰ ਦਾ ਵਚਨ ਸਿਰਫ ਪ੍ਰਚਾਰ ਸੁਣਨਾ ਨਹੀਂ ਹੈ ਪਰ ਉਹਦੇ ਤੇ ਮੰਥਨ ਕਰਨਾ ਹੈਗਾ ਤੇ ਉਹਦੇ 'ਚ ਆਪਣੇ ਆਪ ਨੂੰ ਖੁਸ਼ਹਾਲ ਕਰਨਾ ਹੈ। The word of God for you is to diligently read God's word. It is life, it is joy, it is the power of the Holy Spirit. ਇਸ ਕਰਕੇ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਅਸੀਂ ਉਹਨੂੰ ਧਿਆਨ ਨਾਲ ਮੰਥਨ ਕਰਕੇ ਪੜ੍ਹਨਾ ਹੈ ਤਾਂ ਹੀ ਉਹ ਸਾਡੇ ਵਾਸਤੇ ਸਾਡੇ ਜੀਵਨ ਵਿੱਚ ਖੁਸ਼ੀ ਦਾ ਸਰੋਤ ਬਣੇਗਾ। We have another 6 months in this year. ਸਾਡੇ ਕੋਲ ਹੁਣ ਆਉਣ ਵਾਲੇ 6 ਮਹੀਨੇ ਹੋਰ ਨੇ ਸਾਲ ਵਿੱਚ। I'll tell you something which I have been saying for many years. ਮੈਂ ਤੁਹਾਨੂੰ ਦੱਸਾਂ ਕੁਝ ਮੈਂ ਕਈ ਸਾਲਾਂ ਤੋਂ ਜੋ ਕਹਿ ਰਿਹਾ। If you read 20 chapters a day, I'm not saying you should read, but if you read 20 chapters a day, you can read it 3 times before the end of this year.
ਜੇ ਤੁਸੀਂ 20 ਚੈਪਟਰ ਰੋਜ਼ ਪੜ੍ਹਦੇ ਹੋ ਤੇ ਤੁਸੀਂ ਇਹ ਸਾਲ ਦੇ ਖਤਮ ਹੋਣ ਤੱਕ ਵਚਨ ਨੂੰ 3 ਵਾਰੀ ਪੜ੍ਹ If you ਲਓਗੇ। do 10 chapters a day, you can do it for 2 times this year. ਜੇ ਤੁਸੀਂ 10 ਚੈਪਟਰ ਅਧਿਆਇ ਪੜ੍ਹੋਗੇ ਤੇ 4 ਵਾਰੀ ਖਤਮ ਕਰ ਸਕਦੇ ਹੋ। How can we live without reading God's word? ਅਸੀਂ ਪਰਮੇਸ਼ਰ ਦਾ ਵਚਨ ਪੜ੍ਹੇ ਬਿਨਾਂ ਕਿਵੇਂ ਜ਼ਿੰਦਾ ਰਹਿ We ਸਕਦੇ have to consume it because that's what our life depends on. ਅਸੀਂ ਉਹਨੂੰ ਗ੍ਰਹਿਣ ਕਰਨਾ ਹੈ ਕਿਉਂਕਿ ਸਾਡਾ ਜੀਵਨ ਉਹਦੇ ਤੇ ਨਿਰਭਰ ਹੈ। I remember when I was in engineering college, ਮੈਨੂੰ ਯਾਦ ਹੈ ਜਦੋਂ ਮੈਂ ਇੰਜੀਨੀਅਰਿੰਗ ਕਾਲਜ ਸੀਗਾ, evenings we used to go for gospel work. ਅਸੀਂ ਸ਼ਾਮ ਨੂੰ ਪ੍ਰਚਾਰ ਉਸੇ ਜਾਂਦੇ ਸੀ The villages around. ਆਸ-ਪਾਸ ਗਾਵਾਂ ਵਿੱਚ। When I come back, my mother will lecture me for 1 hour. ਜਦੋਂ ਮੈਂ ਵਾਪਸ ਆਉਂਦਾ ਸੀ ਮੇਰੀ ਮਾਤਾ ਜੀ ਮੈਨੂੰ 1 ਘੰਟਾ ਸਮਝਾਉਂਦੇ ਸੀ। No time to study. ਉਹ ਕਹਿੰਦੇ ਨੇ ਤੈਨੂੰ ਪੜ੍ਹਾਈ ਦਾ ਟਾਈਮ ਨਹੀਂ ਹੈਗਾ। And then exams come. ਫਿਰ ਜਦੋਂ ਇਮਤਿਹਾਨ ਆਉਂਦੇ ਸੀ Then I read the book 10 times, desperate to pass the exam. ਤੇ ਮੈਂ ਜਿਹੜੀ ਆਪਣਾ ਪੜ੍ਹਾਈ ਦੀ ਕਿਤਾਬਾਂ ਸੀ ਉਹ 10 ਵਾਰੀ ਪੜ੍ਹਦਾ ਸੀ ਤਾਂ ਕਿ ਪਾਸ ਹੋਵਾਂ। It is so much that in the exam I can see the pages where I have turned, you know, that much tension. ਇੰਨਾ ਮੈਂ ਪੜ੍ਹਦਾ ਸੀ ਕਿ ਇਮਤਿਹਾਨ ਦੇਣੇ ਵਕਤ ਮੈਨੂੰ ਉਹ ਪੇਜ ਪਲਟਦੇ ਨਜ਼ਰ ਆਉਂਦੇ ਸੀ। So when I was praying and asking God, Lord, how do I explain desperation? He said, give this example because this is how I want people to read my word. ਤੇ ਜਦੋਂ ਮੈਂ ਪਰਮੇਸ਼ਰ ਨੂੰ ਪ੍ਰਾਰਥਨਾ ਕਰਨਾ ਸੀ ਤੇ ਪਰਮੇਸ਼ਰ ਨੇ ਕਿਹਾ ਮੈਨੂੰ ਇਹ ਵਾਲਾ ਉਦਾਹਰਨ ਆਪਣੀ ਕਲੀਸਿਆ ਨੂੰ ਦੇ ਜਿੰਦੇ ਜ਼ਰੀਏ ਲੋਕਾਂ ਨੂੰ ਸਮਝ We ਆਏਗੀ। have to individually spend time in prayer ਅਸੀਂ ਨਿੱਜੀ ਤੌਰ ਤੇ ਪ੍ਰਾਰਥਨਾ ਵਿੱਚ ਸਮੇਂ ਲਗਾਉਣਾ ਹੈ to seek God's face, ਪਰਮੇਸ਼ਰ ਦੇ ਚਿਹਰਾ ਦੇਖਣ to ਵਾਸਤੇ, thirst after God. ਪਰਮੇਸ਼ਰ ਦੇ ਤਰਫ ਭੁੱਖ ਪਿਆਸ ਹੋਣਾ। You can ask my children, 5 o'clock, they know that I am praying before God. ਤੁਸੀਂ ਮੇਰੇ ਬੱਚਿਆਂ ਨੂੰ ਪੁੱਛ ਸਕਦੇ ਹੋ 5 ਵਜੇ ਮੈਂ ਪ੍ਰਾਰਥਨਾ ਕਰ ਰਿਹਾ ਹਾਂ। It's not now, it's for many years. ਅੱਜ ਤੋਂ ਨਹੀਂ ਕਈ ਸਾਲਾਂ ਤੋਂ। What do your children talk about you? ਤੁਹਾਡੇ ਬੱਚੇ ਤੁਹਾਡੇ ਬਾਰੇ ਕੀ ਗੱਲ ਕਰਦੇ ਨੇ? Do they see you praying? ਕਿਆ ਤੁਹਾਨੂੰ ਪ੍ਰਾਰਥਨਾ ਕਰਦੇ ਦੇਖਦੇ ਨੇ? Yes, you should not boast to everybody about your prayer, but your family needs to know. ਤੁਹਾਨੂੰ ਦੂਸਰਿਆਂ ਨੂੰ ਆਪਣੇ ਆਪ ਗੱਲ ਦੱਸਣ ਦੀ ਲੋੜ ਨਹੀਂ ਪਰ ਤੁਹਾਡੇ ਪਰਿਵਾਰ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ। Because you are training them for who it is. It is Father's Day. As a father, as a mother, you have to be the example for your children. ਕਿਉਂਕਿ ਜ਼ਰੂਰੀ ਹੈ ਇਸ ਫਾਦਰ ਡੇ ਤੇ ਪਿਤਾ ਹੁੰਦੇ ਹੋਏ ਮਾਤਾ ਹੁੰਦੇ ਹੋਏ ਤੁਸੀਂ ਉਹਨਾਂ ਵਾਸਤੇ ਇੱਕ ਉਦਾਹਰਣ ਬਣੋ। In your prayer time, if somebody calls the house, your child should say, my mother is praying, please call back after 1 hour because now she is praying, or my father is praying. That should be the testimony of your house. ਤੁਹਾਡੇ ਘਰ ਦੀ ਗਵਾਹੀ ਹੋਣੀ ਚਾਹੀਦੀ ਹੈ ਕਿ ਜਦੋਂ ਕੋਈ ਫੋਨ ਕਰੇ ਤੇ ਤੁਹਾਡਾ ਬੱਚਾ ਕਹੇ ਮੇਰੇ ਮਾਤਾ ਜਾਂ ਮੇਰੇ ਪਿਤਾ ਦਾ ਪ੍ਰਾਰਥਨਾ ਸਮੇਂ ਹੈਗਾ ਤੁਸੀਂ 1 ਘੰਟੇ ਬਾਅਦ ਫੋਨ ਕਰਨਾ। Not that when somebody calls, oh my parents, oh he's watching TV, I'll give him the phone, or he's reading something or doing something. That's not the testimony. Your prayer time has to be for God alone, not your wife or your husband, not your children. It has to be individually and it has to be in God's presence because He deserves all the honor and glory. We can never give anybody that same thing. ਤੁਹਾਡੀ ਇਹ ਗਵਾਹੀ ਨਹੀਂ ਹੋਣੀ ਚਾਹੀਦੀ ਕਿ ਤੁਹਾਡਾ ਬੱਚਾ ਕਹੇ ਜੀ ਮੇਰੇ ਮਾਤਾ ਜਾਂ ਮੇਰੇ ਪਿਤਾ ਟੀਵੀ ਦੇਖ ਰਹੇ ਨੇ ਫਲਾਣਾ ਕੰਮ ਕਰ ਰਹੇ ਨੇ ਮੈਂ ਫੋਨ ਦੇਣਾ। ਬਹੁਤ ਜ਼ਰੂਰੀ ਹੈਗਾ ਤੁਹਾਨੂੰ ਕਿ ਤੁਸੀਂ ਆਪਣਾ ਜਿਹੜਾ ਸਮੇਂ ਹੈਗਾ ਉਹ ਲਗਾ ਕੇ ਪਰਮੇਸ਼ਰ ਦੇ ਵਚਨ ਦੇ ਨਾਲ ਬਿਤਾਓ। We ask for supernatural experiences. ਅਸੀਂ ਉਮੀਦ ਕਰਨੇ ਆ ਅਦਭੁਤ ਕੰਮਾਂ But let me show you one experience which is beyond supernatural. ਮੈਂ ਤੁਹਾਨੂੰ ਇੱਕ ਆਪਣਾ ਐਕਸਪੀਰੀਅੰਸ ਸੁਣਾਉਣਾ ਜਿਹੜਾ ਕਿ ਅਦਭੁਤ ਹੈਗਾ। Psalm 42, 1 and 2. ਭਜਨ ਸੰਗੀਤਾ 42, 1 ਤੇ 2। As the deer pants for the water brooks, so pants my soul for you, O God. My soul thirsts for God and for the living God. When shall I appear before God? ये हिरनी नदी के पानी के लिए हाफती है वैसे ही हे परमेश्वर मैं तेरे लिए हाफता हूँ। जीवते परमेश्वर का मैं प्यासा हूँ। मैं कब जाकर परमेश्वर को अपना मुख दिखाऊंगा। I want to come into your presence. मैं तुम्हारी परमेश्वर उपस्थिति दे विच आना चाहना। Today's Christians want God's presence. I don't discount that. But they want to sit on the sofa, lie down, reading something and they say, okay, we are filled with the God's presence. Rubbish. It's not going to happen. You have to honor the King of Kings and Lord of Lords.
by giving him the time that nobody else deserves. ਸਾਨੂੰ ਪਰਮੇਸ਼ਵਰ ਨੂੰ ਉਹ ਸਮੇਂ ਦੇਣਾ ਚਾਹੀਦਾ ਹੈ ਜਿਹੜਾ ਕੋਈ ਕਿਸੇ ਹੋਰ ਨੂੰ ਨਹੀਂ ਦੇਣਾ ਚਾਹੀਦਾ ਹੈਗਾ। We can't sit on the sofa and expect his presence to fill us. ਅਸੀਂ ਸੋਫੇ ਤੇ ਬੈਠ ਕੇ ਜਾਂ ਅਲੱਗ-ਅਲੱਗ ਤਰੀਕੇ ਨਾਲ ਉਹ ਆਦਰ ਦੇ ਸਨਮਾਨ ਦੇ ਨਾਲ ਬਿਨਾਂ ਬੈਠੇ ਹੋਏ ਪਰਮੇਸ਼ਵਰ ਦੇ ਵਚਨ ਦੀ ਉਹ ਹਾਲਤ ਜਾਂ ਉਹ ਰਿਜ਼ਲਟ ਨਹੀਂ ਦੇਖ ਸਕਦੇ। Oh, I am at work. I am feeling God's presence. Think carefully what you're talking about. ਜੇ ਕੋਈ ਕਹਿੰਦਾ ਹੈ ਕਿ ਮੈਂ ਆਪਣੇ ਕੰਮ ਤੇ ਹੈਗਾ ਤੇ ਮੈਂ ਪਰਮੇਸ਼ਵਰ ਦਾ ਜਿਹੜਾ ਉਪਸਥਿਤ ਹੈਗੀ ਹੈ ਉਹਨੂੰ ਅਨੁਭਵ ਕਰ ਰਿਹਾ ਹਾਂ ਤੇ ਤੁਸੀਂ ਦੁਬਾਰਾ ਆਪਣੀ ਸੋਚ ਦੇ ਬਾਰੇ ਸੋਚੋ। King David was a king. ਦਾਊਦ ਰਾਜਾ ਸੀ। I imagine he was more busy than all of us in our work and everything else. ਮੇਰਾ ਵਿਸ਼ਵਾਸ ਹੈ ਕਿ ਕਿਉਂਕਿ ਉਹ ਰਾਜਾ ਸੀ ਉਹ ਸਾਡੇ ਜੋ ਅਸੀਂ ਕੰਮ ਕਰਨੇ ਆ ਉਹਨਾਂ ਤੋਂ ਕਿਤੇ ਜ਼ਿਆਦਾ ਵਿਅਸਤ ਹੋਏਗਾ। His greatest desire was when I will appear before God. ਉਹਦੀ ਸਭ ਤੋਂ ਵੱਡੀ ਇੱਛਾ ਸੀਗੀ ਕਿਦੋਂ ਮੈਂ ਪਰਮੇਸ਼ਵਰ ਦੇ ਸੰਮੁਖ ਜਾਵਾਂਗਾ। There is a simple principle with God. I want you to listen carefully. Put away all disturbances and listen carefully to me. ਪਰਮੇਸ਼ਵਰ ਦਾ ਇੱਕੋ ਸਿਧਾਂਤ ਹੈ ਆਪਣੇ ਦਿਮਾਗ ਦੇ ਸਭ ਇੱਧਰ ਉੱਧਰ ਗੱਲਾਂ ਨੂੰ ਛੋੜ ਦਿਓ ਤੇ ਮੇਰੇ ਗੱਲ ਨੂੰ ਧਿਆਨ ਨਾਲ ਸੁਣੋ। You want to have this relationship with God? There is a simple principle. ਤੁਸੀਂ ਜੇ ਇਸ ਤਰ੍ਹਾਂ ਦਾ ਜੀਵਨ ਪਰਮੇਸ਼ਵਰ ਨਾਲ ਚਾਹੁੰਦੇ ਹੋ ਉਹਦਾ ਇੱਕੋ ਸਧਾਰਨ ਪ੍ਰਿੰਸੀਪਲ ਹੈ। I want to explain from the life of Pharaoh. ਮੈਂ ਫੈਰੋ ਦੇ ਜੀਵਨ ਦਾ ਉਦਾਹਰਣ ਦਿੰਦਾ। 18 times in the scripture his heart was hardened. 18 ਵਾਰੀ ਉਹਦਾ ਦਿਲ ਸਖਤ ਹੋਇਆ। Half the time Pharaoh did it, half the time God did it. ਉਹਦੇ ਚੋਂ ਅੱਧੀ ਵਾਰੀ ਫੈਰੋ ਨੇ ਕੀਤਾ ਅੱਧੀ ਵਾਰੀ ਪਰਮੇਸ਼ਵਰ ਨੇ ਕੀਤਾ। You see, initially when you want to spend time with God, ਜਦੋਂ ਸ਼ੁਰੂ ਹੋਈ ਤੁਸੀਂ ਪਰਮੇਸ਼ਵਰ ਨਾਲ ਸਮੇਂ ਬਿਤਾਉਣਾ ਚਾਹੁੰਦੇ you ਹੋ have to have that desire, you have to put in your work. ਤੁਹਾਡੇ ਅੰਦਰ ਉਹਨਾਂ ਨੂੰ ਮਿਲਣ ਦੀ ਉਹ ਇੱਛਾ ਹੋਣੀ ਚਾਹੀਦੀ ਹੈ। Day after day after day. ਹਰ ਰੋਜ਼ ਬਿਨਾਂ ਰੁਕੇ ਹੋਏ। After some time, God will take over and put the desire in you. ਕੁਝ ਸਮੇਂ ਬਾਅਦ ਪਰਮੇਸ਼ਵਰ ਟੇਕ ਓਵਰ ਕਰਨਗੇ ਉਹ ਤੁਹਾਡੇ ਮਨ 'ਚ ਇੱਛਾ ਪਾਉਣਗੇ। But we are like what Martin Luther says. ਪਰ ਅਸੀਂ ਉਸ ਤਰ੍ਹਾਂ ਹੈਗੇ ਜਿਵੇਂ ਮਾਰਟਿਨ ਲੂਥਰ ਨੇ ਕਿਹਾ। We ring the bell and run away before the door opens. ਅਸੀਂ ਘੰਟੀ ਵਜਾਉਂਦੇ ਆ ਪਰ ਦਰਵਾਜ਼ਾ ਖੁੱਲਣ ਤੋਂ ਪਹਿਲੇ ਅਸੀਂ ਚਲੇ ਜਾਂਦੇ You ਹਾਂ। have to persist. ਅਸੀਂ ਲਗਾਤਾਰ ਬਨੇ You have to continuously, in spite of all difficulties, sacrifice everything. If you tell God, 1 hour I'm going to spend, that hour belongs to God exclusively. Show him that he is number one in your life. ਜੇ ਤੁਸੀਂ ਪਰਮੇਸ਼ਵਰ ਨਾਲ ਅਹਿਦ ਕੀਤਾ ਹੈ ਕਿ ਪਰਮੇਸ਼ਵਰ ਨਾਲ 1 ਘੰਟਾ ਬਿਤਾਉਣਾ ਹੈ ਤਾਂ ਉਹਨਾਂ ਨੂੰ ਉਹ ਕਰਕੇ ਦਿਖਾਓ ਕਿ ਉਹ ਸਭ ਤੋਂ ਜ਼ਿਆਦਾ ਉੱਤਮ ਨੇ ਜਾਂ ਇੰਪੋਰਟੈਂਟ ਨੇ ਤੁਹਾਡੇ ਜੀਵਨ ਵਿੱਚ। But in Christians, the trend is different. ਪਰ ਮਸੀਹ ਲੋਕਾਂ 'ਚ ਅੱਜ ਕੱਲ੍ਹ ਜਿਹੜਾ ਸੋਚ ਹੈ ਉਹ ਅਲੱਗ ਹੈ। In Christians, when they are new believers, there is full prayer life, full zeal, everything is gung-ho about God. ਜਦੋਂ ਮਸੀਹ ਨਵੇਂ ਬੰਦੇ ਲੋਕ ਉਦੋਂ ਉਹਨਾਂ ਅੰਦਰ ਇੱਕ ਤੀਵਰ ਇੱਛਾ ਹੁੰਦੀ ਹੈਗੀ ਹੈ। But after some time, ਪਰ ਕੁਝ ਸਮੇਂ ਬਾਅਦ it goes down ਉਹ ਥੱਲੇ ਚਲੇ ਜਾਂਦੀ to a ਹੈ। point where there is no longer anything existing. ਉਹ ਇਸ ਹੱਦ ਤੱਕ ਚਲੇ ਜਾਂਦੇ ਨੇ ਕਿ ਜਦੋਂ ਉਹਨਾਂ ਦਾ ਪਰਮੇਸ਼ਵਰ ਨਾਲ ਕੋਈ ਸੰਬੰਧ ਨਹੀਂ ਰਹਿ ਜਾਂਦਾ। You know what is left in Christians? ਮਸੀਹਾਂ 'ਚ ਕੀ ਬਚ ਗਿਆ? Lingo. ਲਿੰਗੋ। Godly. Thank you, brother. I will pray for you, brother. You ask next week, what prayer? I don't know what prayer. ਅਸੀਂ ਲੋਕਾਂ ਨੂੰ ਵੈਸੇ ਹੀ ਕਹਿ ਦਿੰਦੇ ਕਿ ਮੈਂ ਤੇਰੇ ਤੇ ਪ੍ਰਾਰਥਨਾ ਕਰਾਂਗਾ ਅਗਲੇ ਹਫਤੇ ਪਤਾ ਨਹੀਂ ਹੁੰਦਾ ਕਿਸ ਵਾਸਤੇ ਪ੍ਰਾਰਥਨਾ ਕਰਨੀ ਹੈ। Whom are we fooling? ਅਸੀਂ ਕਿਹਨੂੰ ਮੂਰਖ ਬਣਾ ਰਹੇ ਹਾਂ? If you tell somebody you are praying, you better be praying every day. Otherwise, tell them, brother, I don't think I can pray for you. I'll try to pray. That's a more honest thing. ਜੇ ਤੁਸੀਂ ਕਿਸੇ ਵਾਸਤੇ ਰੋਜ਼ ਪ੍ਰਾਰਥਨਾ ਨਹੀਂ ਕਰ ਸਕਦੇ ਤੇ ਉਹਨੂੰ ਕਹੋ ਜੀ ਮੈਂ ਕੋਸ਼ਿਸ਼ ਕਰਾਂਗਾ ਤੇਰੇ ਪ੍ਰਾਰਥਨਾ ਕਰਨ ਦਾ। There is a simple word, diligence in prayer. ਉਹਦੇ ਵਾਸਤੇ ਇੱਕ ਸਿੰਪਲ ਸ਼ਬਦ ਹੈਗਾ ਕਿ ਪ੍ਰਾਰਥਨਾ ਵਿੱਚ ਡਿਲੀਜੈਂਸ ਰਹਿਣਾ। It has to be the greatest desire in our life. It's not for to travel to where? Japan or where else you want to go? Tell me some names. Wherever you want to go. Korea or whatever you want to go. That is not the greatest desire. Greatest desire should be the presence of God alone. No one disturbing you. ਤੁਹਾਡੇ ਅੰਦਰ ਇੱਛਾ ਨਹੀਂ ਹੋਣੀ ਚਾਹੀਦੀ ਮੈਂ ਜਾਪਾਨ ਜਾਵਾਂ ਜਾਂ ਕਿਧਰ ਹੋਰ ਜਾਵਾਂ। ਤੁਹਾਡੇ ਅੰਦਰ ਇਹ ਇੱਛਾ ਹੋਣੀ ਚਾਹੀਦੀ ਹੈ ਵੀ ਕਿਵੇਂ ਮੈਂ ਪਰਮੇਸ਼ਵਰ ਨਾਲ ਲਗਾਤਾਰ ਸਮੇਂ ਬਿਤਾਵਾਂ। The ultimate prize is the presence of God.
ਤੇ ਉਹਦਾ ਸਭ ਤੋਂ ਵੱਡਾ ਜਿਹੜਾ ਤੋਹਫਾ ਤੁਹਾਨੂੰ ਹੈਗਾ ਉਹ ਪਰਮੇਸ਼ਵਰ ਦੀ ਹਜ਼ੂਰੀ ਹੈ। We try to hide behind this thing. You know, I'll tell you something, we hide behind this. ਅਸੀਂ ਮੈਂ ਤੁਹਾਨੂੰ ਦੱਸਣਾ ਕਿਹੜੀ ਚੀਜ਼ ਦੇ ਪਿੱਛੇ ਛੁਪਨੇ ਆ। Once saved is always saved. ਅਸੀਂ ਕਹਿੰਦੇ ਇੱਕ ਵਾਰੀ ਬਚਾਏ ਗਏ ਹਮੇਸ਼ਾ ਵਾਸਤੇ ਬਚਾਏ ਗਏ। There is a rider on it, okay? ਉਹਦੇ ਨਾਲ ਇੱਕ ਰਾਈਡਰ ਹੈਗਾ। That is true only if the fruit is seen. ਉਹ ਤਾਂ ਸੱਚ ਹੈਗਾ ਜੇ ਉਹਦੇ ਨਾਲ ਫਲ ਹੈਗਾ। The saved person who does not show any change before he is born again to after he is born again, you have to question the, what do you call that? ਰਾਈਡਰ Salvation prayer. You have to question that. ਉਹ ਮਸੀਹ ਜਿਹੜਾ ਉਧਾਰ ਪਾਣ ਤੋਂ ਪਹਿਲੇ ਜਾਂ ਉਧਾਰ ਪਾਣ ਤੋਂ ਬਾਅਦ ਉਹਨੇ ਕੋਈ ਫਰਕ ਨਹੀਂ ਹੈ ਤੇ ਉਹਦੇ ਵਾਸਤੇ ਇਹ ਸਵਾਲੀਆ ਨਿਸ਼ਾਨ ਹੈ। It's a big question. ਇਹ ਸਵਾਲੀਆ ਨਿਸ਼ਾਨ ਹੈ। I know in my own life. ਮੈਨੂੰ ਆਪਣੇ ਜੀਵਨ ਹੀ ਪਤਾ ਹੈ। Before I got saved, I lived a Dr. Jekyll and Mr. Hyde life. ਮੈਂ ਬਚਾਇਆ ਛੁਡਾਏ ਜਾਣ ਤੋਂ ਬਾਅਦ ਮੈਂ Before. ਬਚਾਉਣ ਤੋਂ ਪਹਿਲੇ I was black and white life. ਮੇਰਾ ਜਿਹੜਾ ਜੀਵਨ ਸੀ ਉਹ ਸਿਆਹ ਤੇ ਸਫੇਦ ਸੀਗਾ। In church they used to say all the children you have to be like James. ਤੇ ਕਲੀਸਿਆ ਕਹਿੰਦੇ ਸੀ ਤੁਹਾਨੂੰ ਜੇਮਸ ਤਰ੍ਹਾਂ ਬੰਨਣਾ ਚਾਹੀਦਾ ਹੈ। Even Olivia's dad also told her, see this boy, how nice he is, how studious he is. ਓਲੀਵੀਆ ਦੇ ਪਿਤਾ ਵੀ ਉਹਨਾਂ ਨੂੰ ਕਹਿੰਦੇ ਸੀ ਕਿ ਦੇਖੋ ਕਿੰਨਾ ਅੱਛਾ ਬਾਲਕ ਹੈ। But outside I had a different life. ਪਰ ਬਾਹਰ ਮੇਰਾ ਜੀਵਨ ਅਲੱਗ ਸੀ। My language was bad. Every word had a very bad language. ਮੇਰੀ ਜਿਹੜੀ ਭਾਸ਼ਾ ਸੀਗੀ ਉਹ ਦੂਸ਼ਿਤ ਸੀਗੀ। If you think English has bad language, some of the Indian languages have so much that even the English language has to blush. ਜੇ ਤੁਸੀਂ ਸੋਚਦੇ ਹੋ ਕਿ ਅੰਗਰੇਜ਼ੀ ਭਾਸ਼ਾ ਬਹੁਤ ਸਾਰੇ ਭੱਦਰ ਵਰਡ ਹੈਗੇ ਨੇ ਤੇ ਇੰਡੀਅਨ ਭਾਸ਼ਾਵਾਂ ਵਿੱਚ ਉਹਨਾਂ ਤੋਂ ਕਿਤੇ ਜ਼ਿਆਦਾ ਨੇ। I was in fights, I was in so many things, all things against God. ਮੈਂ ਲੜਾਈਆਂ 'ਚ ਹੁੰਦਾ ਸੀ, ਸਾਰੇ ਉਹ ਕੰਮ ਕਰਦਾ ਸੀ ਜਿਹੜਾ ਪਰਮੇਸ਼ਵਰ ਦੇ ਖਿਲਾਫ ਨੇ। There was a meeting once and I went there and I was convicted and I accepted the Lord. My life changed. ਮੈਂ ਇੱਕ ਜਗ੍ਹਾ ਮੀਟਿੰਗ ਤੇ ਗਿਆ, ਉੱਥੇ ਮੈਨੂੰ ਪਰਮੇਸ਼ਵਰ ਦੀ ਆਤਮਾ ਨੇ ਛੋਇਆ ਤੇ ਮੇਰਾ ਜੀਵਨ ਬਦਲਿਆ। I have no reason to boast because I never did it, so I cannot boast. ਮੈਂ ਇਹਦੇ ਤੇ ਆਪਣੇ ਆਪ ਦੀ ਕੋਈ ਇੱਛਾ ਹੀ ਨਹੀਂ ਦੱਸ ਰਿਹਾ ਕਿਉਂਕਿ ਮੈਂ ਕੁਝ ਨਹੀਂ ਕੀਤਾ। But God transformed me. ਪਰ ਪਰਮੇਸ਼ਵਰ ਨੇ ਮੇਰੇ ਤਬਦੀਲੀ ਲੈ ਕੇ My ਆਇਆ। language cleared up. ਮੇਰੀ ਭਾਸ਼ਾ ਸੁਧਰ ਗਈ। And it didn't take weeks. It cleared up next day. ਤੇ ਐ ਨਹੀਂ ਮੈਨੂੰ ਹਫ਼ਤੋਂ ਲੱਗੇ, ਅਗਲੇ ਦਿਨ ਸੁਧਰ ਗਈ। I had a great dislike for the things I was doing. ਮੈਨੂੰ ਬਹੁਤ ਉਹ ਚੀਜ਼ਾਂ ਤੋਂ ਘਿਰਣਾ ਹੋਣ ਲੱਗੀ ਜੋ ਮੈਂ ਕਰਦਾ ਸੀ। I didn't become perfect overnight, but many things in my life changed. ਮੈਂ ਅਗਲੇ ਦਿਨ ਸੰਪੂਰਨ ਤਾਂ ਨਹੀਂ ਹੋ ਗਿਆ ਪਰ ਮੇਰੇ ਜੀਵਨ ਵਿੱਚ ਕਈ ਬਦਲਾਅ ਆਏ। But one thing became very important. I wanted to spend time with God. ਪਰ ਇੱਕ ਚੀਜ਼ ਮੇਰੇ ਨਾਲ ਖਾਸ ਹੋਈ ਕਿ ਮੈਂ ਪਰਮੇਸ਼ਵਰ ਨਾਲ ਸਮੇਂ ਬਿਤਾਉਣਾ ਚਾਹੁੰਦਾ ਸੀ। So when friends come to call, my sister will tell, my brother is praying, come back later. ਤੇ ਜਦੋਂ Great ਮੇਰੇ testimony. ਸੌਰੀ Somebody comes, she will say, my brother is praying, come back later. ਜੇ ਜਦੋਂ ਕੋਈ ਮੇਰੇ ਦੋਸਤ ਮੈਨੂੰ ਬੁਲਾਉਣ ਆਉਂਦੇ ਸੀ ਤੇ ਮੇਰੀ ਭੈਣ ਕਹਿੰਦੀ ਸੀ ਕਿ ਇਸ ਟਾਈਮ ਮੈਂ ਪ੍ਰਾਰਥਨਾ ਕਰ ਰਿਹਾ। Prayer is the area, a place where God shapes you. ਪ੍ਰਾਰਥਨਾ ਉਹ ਜਗ੍ਹਾ ਹੈਗੀ ਹੈ ਜਿੱਥੇ ਪਰਮੇਸ਼ਵਰ ਤੁਹਾਡੇ ਤਬਦੀਲੀ ਲੈ ਕੇ ਆਉਂਦਾ ਹੈ। Prayer is the altar where the sacrifice is being burnt. ਪ੍ਰਾਰਥਨਾ ਉਹ ਆਲਟਰ ਹੈਗਾ ਜਿੱਥੇ ਬਲੀਦਾਨ ਚੜਾਇਆ ਜਾਂਦਾ ਹੈ। The Holy of Holies is visible only when you pass the altar. ਜਿਹੜੀ ਅਤੀ ਪਵਿੱਤਰ ਸਥਾਨ ਹੈਗਾ ਉਹ ਉਦੋਂ ਹੀ ਨਜ਼ਰ ਆਉਂਦਾ ਜਦੋਂ ਅਸੀਂ ਵੇਦੀ ਤੋਂ ਅੱਗੇ ਵਧਦੇ ਹਾਂ। Though we have access to the Holy of Holies through the blood of our Lord Jesus Christ. ਸਾਨੂੰ ਪ੍ਰਭੂ ਯਿਸੂ ਮਸੀਹ ਦੇ ਲਹੂ ਨਾਲ ਅਤੀ ਪਵਿੱਤਰ ਸਥਾਨ ਹੀ ਜਾਣ ਦਾ ਹੱਕ ਤਾਂ ਹੈਗਾ। It's all open. ਖੁੱਲਾ ਹੈਗਾ। But we cannot go there because we are not passing the altar. ਪਰ ਅਸੀਂ ਜਾ ਨਹੀਂ ਸਕਦੇ ਕਿਉਂਕਿ ਅਸੀਂ ਵੇਦੀ ਤੱਕ ਨਹੀਂ ਪਹੁੰਚਦੇ। It is the greatest loss of today's Christianity, the loss of the Holy of Holies. ਇੱਕ ਮਸੀਹਾਂ ਵਾਸਤੇ ਜਿਹੜਾ ਸਭ ਤੋਂ ਜ਼ਿਆਦਾ ਕਮੀ ਦੀ ਗੱਲ ਹੈਗੀ ਹੈ ਕਿ ਅਸੀਂ ਅਤੀ ਪਵਿੱਤਰ ਸਥਾਨ ਤੱਕ ਨਹੀਂ ਪਹੁੰਚ ਪਾਉਂਦੇ। As the days passed in Christian life, as the days pass, ਜਿਵੇਂ ਜੀਵਨ ਮਸੀਹਾਂ ਨਾਲ ਅੱਗੇ ਵਧ ਰਹੇ ਨੇ ਦਿਨ, prayer time has to increase. ਪ੍ਰਾਰਥਨਾ ਦਾ ਸਮੇਂ ਵਧਣਾ ਚਾਹੀਦਾ ਹੈ। Because when you spend time with God, I challenge you, you spend 15 minutes in God's presence
Next day you will go and tell God, I want half an hour, Lord. Can I get another 15 minutes? Can I get another 5 minutes in your presence? Can I spend 10 minutes? It's like two people falling in love. Oh, can I spend half an hour more? Can I spend 50? I'm pretty sure all of you know about that. This is how it is with God's presence. When you spend 15 minutes, you feel like spending half an hour. When you spend half an hour, you feel like spending 1 hour in God's presence. ਜਦੋਂ ਅਸੀਂ ਪਰਮੇਸ਼ਵਰ ਦੇ ਹਜ਼ੂਰੀ 15 ਮਿੰਟ ਦਾ ਅਹਿਦ ਬਣਾਉਂਦੇ ਆ ਤੇ ਸਾਨੂੰ ਫਿਰ ਇੱਛਾ ਹੁੰਦੀ ਹੈ ਅਸੀਂ ਅੱਧਾ ਘੰਟਾ ਬਣਾਈਏ। ਇਸ ਤਰ੍ਹਾਂ ਜਿਵੇਂ ਜਿਵੇਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਸਮੇਂ ਨੂੰ बढ़ाते जाने उन्नी साड़ी इच्छा बढ़ती जाती है। As you spend time with God, your sins start becoming more clearer. जिवें असी परमेश्वर दे हुजूर समय बिताने साडे साडे जिहड़े गुनाह खुद दे हैगे ने वो साडे सम्मुख साफ आ जांदे ने। After spending years in God's presence, Moses became the humblest man on earth. कई साला परमेश्वर दे हुजूरी दे विच मूसा जिहड़ा सीगा वो सब तो ज्यादा एक नोबल इंसान बनया, Humble. और दीन इंसान बनया। After spending years and years in God's presence, David was called a man after God's own heart. कई सालों परमेश्वर हुजूरी बितान तो बाद दाऊद जिहड़ा हैगा परमेश्वर ने क्या ए मेरे दिल दे करीब है। You don't get these titles by prophecy. ए जेरे भविष्यवाणियां नाल नहीं टाइटल मिलदा है। I have seen people say, "Oh, God is calling you a man after your own heart, no prayer life," and I keep wondering, how is this possible? मैं देखा कुछ लोग भविष्यवाणी किस वास्ते करते ने कि तुसी परमेश्वर दिल दे नजदीक हो जाओगे, ए किवें पूरी होएगी जे तुसी समय नहीं बिताओगे। These things come when you do due diligence in prayer and in Bible reading. ए चीज़ां उदों होणगियां जदों परमेश्वर दा वचन पढ़न विच परमेश्वर दे नाल प्रार्थना समय बितान विच तुसी दिलों इच्छा करके अगे वधोगे। I want to encourage every member of ICC. This is God's message that He wants you to diligently spend time in prayer and Bible reading. ਇਹ ਜਿਹੜਾ ਅੱਜ ਦਾ ਪ੍ਰਚਾਰ ਹੈਗਾ ਹੈ ਮੈਂ ਪਰਮੇਸ਼ਵਰ ਦੇ ਵੱਲੋਂ ਤੁਹਾਨੂੰ ਇੱਕ ICC ਦੇ ਸਾਰੇ ਮੈਂਬਰਾਂ ਨੂੰ ਦੱਸਣਾ ਚਾਹਨਾ ਕਿ ਆਪਾਂ ਪਰਮੇਸ਼ਵਰ ਦੇ ਵਚਨ 'ਚ ਅੱਗੇ ਵਧੀਏ। You may do wonderful work for God. ਤੁਸੀਂ ਪਰਮੇਸ਼ਵਰ ਵਾਸਤੇ ਵੱਡੇ ਵੱਡੇ ਸ਼ਾਇਦ ਕੰਮ ਕਰਦੇ ਹੋ। But if you don't know God's presence, you are gaining the whole world but losing your own soul. ਪਰ ਜੇ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਨੂੰ ਨਹੀਂ ਜਾਣਦੇ ਫਿਰ ਭਾਵੇਂ ਤੁਸੀਂ ਸਾਰਾ ਸੰਸਾਰ ਜਿੱਤ ਲਓ ਉਹਦਾ ਕੋਈ ਖਾਸ ਫਾਇਦਾ ਨਹੀਂ ਹੈ। What is the use of going there and listening? I don't know you, get lost. What is the use of listening to that? ਉਸ ਚੀਜ਼ ਦਾ ਕੀ ਫਾਇਦਾ ਜਦੋਂ ਤੁਸੀਂ ਪਰਮੇਸ਼ਵਰ ਦੇ ਕੋਲ ਜਾਓ ਤੇ ਉਹ ਤੁਹਾਨੂੰ ਕਹਿਣ ਤੁਹਾਨੂੰ ਨਹੀਂ ਜਾਣਦੇ। You are only useful as much as your prayer life. ਤੁਸੀਂ ਉਹਨੇ ਹੀ ਉਹਨਾਂ ਵਾਸਤੇ ਇਸਤੇਮਾਲ ਦੇ ਕਾਬਲ ਹੋ ਜਿੰਨਾ ਤੁਹਾਡੀ ਪ੍ਰਾਰਥਨਾ ਦਾ ਜੀਵਨ ਹੈ। In conclusion, I want to say this. ਅਖੀਰ ਮੈਂ ਕਹਿਣਾ ਚਾਹਨਾ In ICC, we have diligently sought to exalt God's word. ICC ਮਿਨਿਸਟਰੀ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਦਿਲੋਂ ਕਿ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਉੱਚਾ ਉਠਾਈਏ। The keeping power of this church has been the word of God and desire for God's word. ਤੇ ਜਿਹੜੀ ਤਾਕਤ ਹੈਗੀ ਹੈ ਇਸ ਕਲੀਸਿਆ ਦੀ ਉਹ ਪਰਮੇਸ਼ਵਰ ਦੇ ਵਚਨ ਦੀ ਇੱਛਾ ਰੱਖਣਾ ਹੈਗੀ ਹੈ। 1 Corinthians 2:4-5 describes our preaching. ਪਹਿਲਾ ਕੁਰਿੰਥੀਆਂ 2:4 ਤੇ 5 ਸਾਡੇ ਕਲੀਸਿਆ ਦੇ ਪ੍ਰਚਾਰ ਬਾਰੇ ਦੱਸਦਾ ਹੈ। And my speech and my preaching were not the persuasive words of human wisdom, but in the demonstration of the Spirit and of power, that your faith should not be in the wisdom of men, but in the power of God. और मेरे वचन और मेरा प्रचार में ज्ञान की लुभावने वाली बातें नहीं परंतु आत्मा और समर्थ का प्रमाण था, इसलिए कि तुम्हारा विश्वास मनुष्यों के ज्ञान पर नहीं परंतु परमेश्वर की समर्थ पर निर्भर हो। Remember ABCD of God's word. याद रखो ABCD परमेश्वर दे वचन दी। Acknowledgement, पहले मनो उन्हों, belief, विश्वास करो, compliance, अपने जीवन ये devotion. सॉरी Devotion. अपनी Adar, आधार devotion को। to God's word. परमेश्वर दे वचन The word of God has sustained our church. परमेश्वर दे वचन ने साडी कलीसिया नु स्थिर कीता। In this 13th year, God is giving us this encouragement. ते 13वें साल परमेश्वर सानू प्रोत्साहित कर रहे हैं। Diligently read God's word to listen to His voice परमेश्वर दे वचन नु ध्यान ना पढ़ो ताकि तुसी उन्हां दी आवाज नु सुन सको and know Him in prayer. ते उन्हां नु प्रार्थना ही जान सको। Let's bow our heads, close our eyes. अखा बंद करांगे, सिरां झुकावांगे। Father, we thank you for your word. As in every time you give us this word, Lord, your word hits to the heart
of our lives. We pray, Lord, that all of us will take heart for this encouragement, and that we will serve the word and to know you in prayer. I commit everyone who has heard this message. I pray that it will touch them and bring revival in their lives. I thank you for everything. I give you glory. In the name of our Lord Jesus we pray. The Lord bless you and keep you. The Lord make his face to shine upon you and be gracious unto you. The Lord lift his countenance upon you and give you peace. In the name of our Lord Jesus. Amen. Amen.